ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਹਮ ਤੋਂ ਲੋੜ ਫਤਿਹ ਕੀ ਆਈ, ਸੋ ਅਬ ਹਮਕੋ ਤੁਮ ਗੁਰ ਦਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਅਤੀ ਸਤਿਕਾਰਯੋਗ ਭਾਈ ਸਾਹਿਬ ਨਿਰਮਲ ਸਿੰਘ ਜੀ ਦੇ ਹਜ਼ੂਰੀ ਕੀਰਤਨੀਏ ਜਥੇ ਰਾਗੀ ਸਿੰਘਾਂ ਪਾਸੋਂ ਆਪ ਜੀ ਨੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਔਰ ਸੰਧਿਆ ਦੇ ਦੀਵਾਨਾਂ 'ਚ ਗੁਰ ਖਾਲਸੇ ਪੰਥ ਦੀ ਕਥਾ ਸਰਵਣ ਕਰ ਰਹੇ ਹੋ। ਜੋ ਇੱਕ ਮਹਾਨ ਗੁਰਸਿੱਖ ਸ਼ਹੀਦ ਭਾਈ ਰਤਨ ਸਿੰਘ ਜੀ ਭੰਗੂ, ਜੋ ਸ਼ਹੀਦ ਭਾਈ ਮਤਾਬ ਸਿੰਘ ਭੰਗੂ ਦੇ ਪੋਤਰੇ ਸਨ, ਉਹਨਾਂ ਨੇ ਲਿਖੀ ਇਸ ਗ੍ਰੰਥ ਦਾ ਨਾਮ ਸ੍ਰੀ ਗੁਰੂ ਪੰਥ ਪ੍ਰਕਾਸ਼ ਹੈ। ਖਾਲਸੇ ਪੰਥ ਦੇ ਵਿੱਚ ਇਹਨਾਂ ਦੋ ਗ੍ਰੰਥਾਂ ਦਾ ਬਹੁਤ ਵੱਡਾ ਮਹੱਤਮ ਹੈ। ਇੱਕ ਤਾਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਜੋ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਆਪਾਂ ਸਰਵਣ ਕਰਦੇ ਹਾਂ। ਦੂਸਰਾ ਸ੍ਰੀ ਗੁਰੂ ਪੰਥ ਪ੍ਰਕਾਸ਼ ਹੈ, ਜੋ ਖਾਲਸੇ ਦਾ ਇਤਿਹਾਸ 18ਵੀਂ ਸਦੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਲੈ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੱਕ ਸਿੰਘਾਂ ਨੇ ਕਿੰਨੀਆਂ ਘਾਲਣਾ ਘਾਲੀਆਂ, ਉਹ ਕਥਾ ਆਪ ਜੀ ਸਰਵਣ ਕਰ ਰਹੇ ਹੋ। ਔਰ ਸਾਧ ਸੰਗਤ ਜੀ, ਪਿਛਲੇ ਪ੍ਰਕਰਣਾਂ ਤੋਂ ਆਪ ਜੀ ਸੁਣ ਰਹੇ ਹੋ ਕਿ 1756 ਦੇ ਵਿੱਚ, ਜੋ 1813 ਬਿਕਰਮੀ 1756 ਈਸਵੀ ਦੇ ਵਿੱਚ ਨਾਸਰ ਅਲੀ ਨੇ ਜੋ ਗੁਰਦੁਆਰਾ ਥੰਮ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਨੂੰ ਅੱਗ ਲਾ ਕੇ ਸਾੜ ਦਿੱਤਾ ਸੀਗਾ। ਥੰਮ ਸਾਹਿਬ ਦੇ ਮਹੰਤ ਬਾਬਾ ਵਡਭਾਗ ਸਿੰਘ ਜੀ ਨੂੰ ਵੀ ਬਹੁਤ ਭਾਰੀ ਕਸ਼ਟ ਦਿੱਤੇ ਸਨ। ਸਾਰੇ ਕਰਤਾਰਪੁਰ ਨਗਰ, ਜੋ ਜਲੰਧਰ ਦੇ ਲਾਗੇ ਕਰਤਾਰਪੁਰ ਹੈ, ਬੇਅੰਤ ਜ਼ੁਲਮ ਅਤਿਆਚਾਰ ਨਾਸਰ ਅਲੀ ਨੇ ਕੀਤੇ। ਸੈਂਕੜੇ ਸਿੱਖ ਕਤਲ ਕਰ ਦਿੱਤੇ। ਇੱਥੋਂ ਤੱਕ ਕਿ ਗੁਰੂ ਕੀਆਂ ਸਿੱਖਣੀਆਂ ਬੀਬੀਆਂ ਦੀ ਵੀ ਬਹੁਤ ਬੇਅਦਬੀ ਕੀਤੀ ਨਗਰ ਦੇ ਵਿੱਚ। ਗੁਰਦੁਆਰੇ ਥੰਮ ਸਾਹਿਬ ਦਾ ਜੋ ਥੰਮ ਪੰਜਵੇਂ ਪਾਤਸ਼ਾਹ ਦੇ ਸਮੇਂ ਦਾ ਟਾਹਲੀ ਦਾ ਥੰਮ ਉੱਥੇ ਲੱਗਾ ਸੀ, ਜਿਹਦੀ ਸੰਗਤਾਂ ਵਿੱਚ ਬੜੀ ਮਾਨਤਾ ਸੀ, ਉਹ ਥੰਮ ਨੂੰ ਅੱਗ ਲਾ ਕੇ ਨਾਸਰ ਅਲੀ ਨੇ ਸਾੜਿਆ। ਥੰਮ ਸਾਹਿਬ ਦੇ ਵਿਹੜੇ ਵਿੱਚ ਤੇ ਗੁਰਦੁਆਰਾ ਗੰਗਸਰ ਦੇ ਵਿਹੜੇ 'ਚ ਗਊਆਂ ਕਤਲ ਕੀਤੀਆਂ। ਜੋ ਜ਼ੁਲਮ ਉਸਨੇ ਕੀਤੇ ਸਨ, ਉਹਦੇ ਤੋਂ ਤੰਗ ਆ ਕੇ ਬਾਬਾ ਵਡਭਾਗ ਸਿੰਘ ਜੀ ਧੌਲੀ ਧਾਰ, ਜੋ ਇੱਧਰ ਪਹਾੜਾਂ ਵਿੱਚ ਜਗ੍ਹਾ ਹੈ, ਉੱਥੇ ਜਾ ਕੇ ਰਹਿ ਰਹੇ ਸਨ। ਤੇ ਬਾਬੇ ਵਡਭਾਗ ਸਿੰਘ ਦਾ ਵੀ ਨਾਸਰ ਅਲੀ ਨਾਲ ਵੈਰ ਸੀ ਤੇ ਦੀਨਾ ਬੇਗ ਦਾ ਵੀ ਸੀ। ਦੀਨਾ ਬੇਗ ਪਹਿਲਾਂ ਜਲੰਧਰ ਦਾ ਸੂਬੇਦਾਰ ਰਹਿ ਚੁੱਕਾ ਸੀ ਤੇ ਦੁਬਾਰਾ ਫੇਰ ਉਹ ਸੂਬੇਦਾਰੀ ਖੋਹਣੀ ਚਾਹੁੰਦਾ ਸੀ। ਪਰ ਦੀਨਾ ਬੇਗ ਦੇ ਕੋਲ ਵੀ ਉਸ ਵੇਲੇ ਖਰਚਾ ਮੁੱਕਾ ਹੋਇਆ ਸੀ, ਫੌਜ ਖਤਮ ਹੋ ਚੱਲੀ ਸੀ। ਕਿਸੇ ਗੁਰਸਿੱਖ ਦੇ ਰਾਹੀਂ ਉਹਨੇ ਬਾਬੇ ਵਡਭਾਗ ਸਿੰਘ ਜੀ ਨਾਲ ਗੱਲਬਾਤ ਕੀਤੀ। ਮੁਲਾਕਾਤ ਪੱਕੀ ਹੋਈ ਤੇ ਗੱਲਬਾਤ ਵਿੱਚ ਇਹ ਤੈਅ ਹੋਇਆ ਕਿ ਬਾਬਾ ਵਡਭਾਗ ਸਿੰਘ ਜੀ, ਜੇ ਤੁਸੀਂ ਸਿੱਖਾਂ ਨੂੰ ਮੇਰੀ ਮਦਦ 'ਤੇ ਲੈ ਆਓ, ਖਾਲਸਾ ਪੰਥ ਮੇਰੀ ਮਦਦ ਕਰ ਦੇਵੇ, ਤੁਸੀਂ ਕਰਤਾਰਪੁਰ ਦੀ ਬਰਬਾਦੀ ਦਾ ਬਦਲਾ ਲੈ ਲਓ ਤੇ ਜਲੰਧਰ ਦੀ ਸੂਬੇਦਾਰੀ ਮੈਨੂੰ ਦੇ ਦਿਓ। ਇਹ ਗੱਲ ਬਾਬਾ ਵਡਭਾਗ ਸਿੰਘ ਜੀ ਨੇ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਨਾਲ ਸਾਂਝੀ ਕੀਤੀ। ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਸ਼ਾਮ ਸਿੰਘ ਜੀ ਨਾਰਲੇ ਵਾਲੇ, ਬਾਬਾ ਕਰਮ ਸਿੰਘ ਜੀ ਸ਼ਹੀਦ ਪੈਜਗੜੀਏ, ਜਿਨ੍ਹਾਂ ਦੇ ਸ਼ਸਤਰ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਾਮ ਨੂੰ ਰਹਿਰਾਸ ਤੋਂ ਪਾਠ ਦਰਸ਼ਨ ਕਰਾਏ ਜਾਂਦੇ ਹੈ। ਇਹ ਸਾਰੇ ਜਥੇਦਾਰ ਦੁਆਬੇ ਵਿੱਚ ਇਕੱਠੇ ਹੋਏ, ਜੋ ਧੌਲੀ ਧਾਰ ਪਹਾੜਾਂ ਦੇ ਵਿੱਚ ਬਾਬੇ ਵਡਭਾਗ ਸਿੰਘ ਦਾ ਡੇਰਾ ਹੈ। ਉੱਥੇ ਦੀਨਾ ਬੇਗ, ਬਾਬਾ ਜੱਸਾ ਸਿੰਘ, ਬਾਬਾ ਵਡਭਾਗ ਸਿੰਘ ਤਿੰਨਾਂ ਨੇ ਮੀਟਿੰਗ ਕੀਤੀ, ਜਲੰਧਰ ਨੂੰ ਫਤਿਹ ਕਰਨ ਦੀਆਂ ਤਿਆਰੀਆਂ ਕੀਤੀਆਂ। ਔਰ ਇਹ ਸਾਰੇ ਸਿੰਘ ਸੂਰਮੇ ਇਕੱਠੇ ਹੋ ਕੇ ਚੱਲ ਪਏ। ਉੱਧਰੋਂ ਨਾਸਰ ਅਲੀ
ਦੀਆਂ ਜਿਹੜੀਆਂ ਸਰਬੁਲੰਦ ਖਾਂ ਉਹਦਾ ਜਰਨੈਲ ਸੀ, ਫੌਜ ਲੈ ਕੇ ਉਹ ਉੱਥੇ ਸਿੰਘਾਂ ਦਾ ਮੁਕਾਬਲਾ ਕਰਨ ਲਈ ਆ ਗਿਆ। ਬੜੀ ਘਮਸਾਣ ਦੀ ਲੜਾਈ ਹੋਈ। ਪਹਿਲਾਂ ਤਾਂ ਦੀਨਾ ਬੇਗ ਦੇ ਪੈਰ ਹਿੱਲ ਗਏ, ਪਰ ਜਦੋਂ ਖਾਲਸੇ ਦੀ ਫੌਜ ਸਰਦਾਰ ਕਰਮ ਸਿੰਘ ਜੀ ਪੈਜਗੜੀਏ ਸ਼ਹੀਦ ਮੈਦਾਨੇ ਜੰਗ 'ਚ ਆਏ ਤਾਂ ਜੰਗ ਦਾ ਪਾਸਾ ਪਲਟ ਗਿਆ। ਪਠਾਨ ਭੱਜ ਗਏ। ਭੱਜਦੇ ਪਠਾਨਾਂ ਦੇ ਮਗਰ ਜਦੋਂ ਸਿੱਖ ਜਾਣ ਲੱਗੇ ਤਾਂ ਦੀਨਾ ਬੇਗ ਅਤੇ ਸਿਆਣੇ ਜਰਨੈਲਾਂ ਨੇ ਸਿੰਘਾਂ ਨੂੰ ਰੋਕਿਆ ਕਿ ਖਾਲਸਾ ਜੀ, ਦੁਸ਼ਮਣ ਦੇ ਪਿੱਛੇ ਨਹੀਂ ਜਾਈਦਾ। ਭੱਜੀ ਜਾਂਦੀ ਫੌਜ ਕਈ ਵਾਰੀ ਜ਼ਿਆਦਾ ਨੁਕਸਾਨ ਕਰਦਿਆ ਕਰਦੀ ਹੈ। ਆਪਣੀਆਂ ਕੀਮਤੀ ਜਾਨਾਂ ਐਵੇਂ ਨਾ ਗਵਾਓ। ਸੋ ਸਿੰਘ ਰੁਕ ਗਏ। ਔਰ ਉਸ ਤੋਂ ਬਾਅਦ ਜਲੰਧਰ 'ਚ ਕਿਵੇਂ ਵੜੇ ਹਨ। ਰਾਤ ਦੇ ਸਮੇਂ ਜਲੰਧਰ ਕਤਲ ਕੀਤਾ ਗਿਆ। ਜਲੰਧਰ ਸ਼ਹਿਰ ਵਿੱਚ ਜੋ ਕਰਤਾਰਪੁਰ 'ਚ ਬੀਤਿਆ ਸੀ ਨਾ, ਉਹ ਬਦਲਾ ਬਾਬੇ ਵਡਭਾਗ ਸਿੰਘ ਨੇ ਕਿਵੇਂ ਲਿਆ, ਅੱਜ ਦੇ ਪ੍ਰਕਰਣਾਂ ਵਿੱਚ ਆਪਾਂ ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਹਮ ਤੋਂ ਲੋੜ ਫਤਿਹ ਕੀ ਆਈ। ਦੀਨਾ ਬੇਗ ਸਿੰਘਾਂ ਨੂੰ ਕਹਿੰਦਾ, ਸਿੰਘੋ ਸਾਨੂੰ ਤਾਂ ਫਤਿਹ ਚਾਹੀਦੀ ਸੀ, ਫਤਿਹ ਤਾਂ ਮਿਲ ਗਈ ਹੈ। ਸੋ ਅਬ ਹਮਕੋ ਤੁਮ ਗੁਰ ਦਈ। ਸਾਨੂੰ ਗੁਰੂ ਸਾਹਿਬ ਜੀ ਨੇ ਫਤਿਹ ਦਿੱਤੀ ਹੈ, ਤੁਸੀਂ ਵੀ ਗੁਰੂ ਦਾ ਸ਼ੁਕਰਾਨਾ ਕਰੋ ਤੇ ਅਸੀਂ ਵੀ ਕਰਦੇ ਹਾਂ। ਸਿੰਘ ਮਾਨ ਤਹੀਂ ਪੈ ਖੜੇ। ਸਿਆਣੇ ਸਿੰਘਾਂ ਨੇ ਗੱਲ ਮੰਨ ਲਈ ਤੇ ਉੱਥੇ ਖਲੋ ਗਏ। ਭਾਵ ਦੁਸ਼ਮਣ ਦੀ ਭੱਜੀ ਜਾਂਦੀ ਫੌਜ ਦਾ ਪਿੱਛਾ ਨਹੀਂ ਕੀਤਾ। ਦੁਰਾਨੀ ਨਠ ਜਾ ਡੇਰਨ ਵੜੇ। ਤੇ ਜਿਹੜੇ ਦੁਰਾਨੀ ਸਨ ਅਬਦਾਲੀ ਦੀ ਫੌਜ, ਉਹ ਆਪਣੇ ਡੇਰਿਆਂ 'ਚ ਜਾ ਲੁਕੀ ਹੈ। ਤੋਂ ਲਗ ਪਰ ਗਈ ਥੀ ਤਹਿ ਰਾਤ। ਇਹਨੇ ਨੂੰ ਹਨੇਰਾ ਪੈ ਗਿਆ, ਰਾਤ ਪੈ ਗਈ। ਐਸੀ ਪਈ ਤਹਾਂ ਕੀ ਬਾਤ। ਇਸ ਤਰ੍ਹਾਂ ਦਾ ਉੱਥੇ ਵਰਤਾਰਾ ਵਰਤਿਆ। ਇਵੇਂ ਹੋਇਆ ਸੀ। ਗਏ ਦੁਰਾਨੀ ਆਪਣੇ ਡੇਰੇ। ਦੁਰਾਨੀ ਆਪਣੇ ਡੇਰਿਆਂ 'ਚ ਜਾ ਲੁਕੇ। ਸਭ ਨਟ ਚਲੇ ਰੱਖੇ ਕੋ ਘੇਰੇ। ਉਹਨਾਂ ਕੋਲੋਂ ਫਿਰ ਉੱਥੇ ਖਲੋਣਾ ਮੁਸ਼ਕਲ ਹੋ ਗਿਆ ਤੇ ਨੱਠ ਗਏ। ਫਿਰ ਉਹ ਦੋਹਰਾ ਸਿੰਘ ਜੋ ਹੁਸ਼ਿਆਰ ਥੇ ਗੈ ਜੋ ਗਿਲਜਨ ਗੈਲ। ਜਦੋਂ ਰਾਤ ਨੂੰ ਗਿਲਜੇ ਦੌੜਨ ਲੱਗੇ, ਹੁਸ਼ਿਆਰ ਸਿੰਘ ਜਿਹੜੇ ਫੁਰਤੀਲੇ ਸਿੰਘ ਸਨ, ਉਹਨਾਂ ਨੇ ਆਖਿਆ ਜੇ ਇਦਾਂ ਇਹ ਦੁਸ਼ਮਣ ਭੱਜ ਕੇ ਚਲਾ ਗਿਆ, ਜਲੰਧਰ 'ਚ ਵੜੇਗਾ ਤੇ ਜਲੰਧਰ 'ਚ ਜਾ ਕੇ ਫਿਰ ਆਕੀ ਹੋ ਜਾਣਗੇ, ਅਸਲਾ ਇਹਨਾਂ ਦੇ ਕੋਲ ਹੋਵੇਗਾ, ਕਿਉਂ ਨਾ ਆਪਾਂ ਇਹਨਾਂ ਦਾ ਇੱਥੇ ਹੀ ਸਮਾਪਤੀ ਕਰ ਦਈਏ। ਉਹ ਰਾਤ, ਅੱਧੀ ਰਾਤ ਨੂੰ ਸਿੰਘਾਂ ਦੇ ਜਿਹੜੇ ਫੁਰਤੀਲੇ ਸਿੰਘ ਸਨ, ਲੜਾਕੇ ਸਿੰਘ ਸਨ, ਉਹ ਘੋੜਿਆਂ ਤੇ ਚੜ੍ਹ ਕੇ ਅਬਦਾਲੀ ਦੀ ਫੌਜ ਦੇ ਪਿੱਛੇ ਪੈ ਗਏ। ਡਟਤ ਪਏ ਉਹਨ ਦੇਖ ਕੇ ਲੂਟ ਕਰੀ ਉਹਨ ਸੈਲ। ਜਦੋਂ ਸਿੰਘਾਂ ਨੇ ਦੇਖਿਆ ਵੀ ਇਹ ਤਾਂ ਡੇਰਾ ਕੂਚ ਕਰਕੇ ਜਾ ਰਹੇ, ਰਾਤੋਂ ਰਾਤ ਭਾਵੇਂ ਡਰਦੇ ਹੀ ਜਾ ਰਹੇ ਆ, ਪਰ ਜੇ ਜਲੰਧਰ 'ਚ ਵੜਨਗੇ ਤੇ ਇਹਨਾਂ ਕੋਲ ਅਸਲਾ ਹੋਏਗਾ ਤੇ ਫਿਰ ਸਾਨੂੰ ਜਲੰਧਰ 'ਚ ਵੜਨ ਦੀ ਦਿੱਕਤ ਹੋਵੇਗੀ। ਬਾਰ-ਬਾਰ ਇਹਨਾਂ ਦਾ ਕੰਮ ਸਾਫ਼ ਕਰੀਏ। ਸਿੰਘਾਂ ਨੇ ਜਾ ਕੇ ਉਹਨਾਂ ਦੇ ਘੋੜੇ ਖੋਹ ਲਏ, ਸ਼ਸਤਰ ਖੋਹ ਲਏ। ਚੌਪਈ। ਅੱਧੀ ਰਾਤ ਚਾਂਦਨੀ ਪਈ। ਅੱਧੀ ਰਾਤ ਔਰ ਚਾਨਣੀ ਰਾਤ ਸੀਗੀ, ਚੰਦਰਮਾ ਚੜਿਆ ਹੋਇਆ ਸੀ। ਸਿੰਘਨ ਡੇਰੇ ਖਬਰੋਂ ਆਈ। ਸਿੰਘਾਂ ਦੇ ਡੇਰੇ 'ਚ ਖਬਰ ਆਈ, ਕਿਉਂਕਿ ਦੋਵਾਂ ਪਾਸਿਆਂ ਤੋਂ ਸੂਈਏ ਤਾਂ ਫਿਰਦੇ ਹੀ ਹੁੰਦੇ ਫੌਜ ਦੇ ਵਿੱਚ। ਸਿੰਘਾਂ ਨੂੰ ਪਤਾ ਲੱਗਾ। ਸਿੰਘਨ ਨਗਾਰੇ ਦੈ ਬਜਾਏ। ਸਿੰਘਾਂ ਨੇ ਅੱਧੀ ਰਾਤ ਨੂੰ ਨਗਾਰੇ ਚੋਭਾਂ ਲਾਤੀਆਂ, ਚਾਲੇ ਪਾਤੇ। ਹੂਵੋ ਜੋ ਲਿਓ ਸਿੰਘਨ ਲੁਟਾਏ। ਉਹ ਜੋ ਸਿੰਘਾਂ ਨੇ ਜਾਂਦੀ ਹੋਈ ਫੌਜ ਅਬਦਾਲੀ ਦੀ, ਜਿਹੜੀ ਨਾਸਰ ਅਲੀ ਦੀ ਫੌਜ ਸੀ ਜਲੰਧਰ ਦੀ, ਉਹ ਲੁੱਟ ਲਈ। ਜਿਨੇ ਲੱਭੀ ਸੋ ਤਿਨਹੀ ਲਈ। ਜੋ ਜੋ ਸਮਾਨ ਸਿੰਘਾਂ ਨੂੰ ਲੱਭਿਆ ਉਹ ਸਿੰਘਾਂ ਨੇ ਲੁੱਟ ਲਿਆ। ਕਿਸੇ ਨੂੰ ਘੋੜਾ ਲੱਭ ਗਿਆ, ਕਿਸੇ ਨੂੰ ਕੋਈ ਸ਼ਸਤਰ, ਕਿਸੇ ਨੂੰ ਕੋਈ ਸਮਾਨ ਦੁਸ਼ਮਣ ਦਾ, ਸਭ ਖੋਹ ਲਿਆ। ਤਿੰਨ ਪੀ ਭੂਖ ਬਹੁਤ ਭਜ ਗਈ। ਜਿਹੜੇ ਕੜਾਕੇ ਸਨ ਸਿੰਘਾਂ ਦੇ ਕਈ ਮਹੀਨਿਆਂ ਤੋਂ ਚੱਲ ਰਹੇ ਸਨ, ਉਹ ਵੀ ਦੂਰ ਹੋ ਗਏ। ਨਵਾਬ ਡੇਰੇ ਯੂੰ ਦੈ ਕਹਾਏ। ਔਰ ਸਿੰਘਾਂ ਨੇ ਦੀਨਾ ਬੇਗ ਨੂੰ ਡੇਰੇ 'ਚ ਸੁਨੇਹਾ ਭੇਜ ਦਿੱਤਾ ਸੀ, ਕਉ ਤੁਮਾਰੋ ਲੁੱਟਣ ਨਾ ਜਾਏ। ਬਈ ਲੁੱਟ ਮਾਰ ਸਾਡੀ ਆ, ਤੇਰੀ ਕੋਈ ਫੌਜ ਦਾ ਬੰਦਾ ਲੁੱਟਣ ਗਿਆ ਤੇ ਅਸੀਂ ਉਹਨੂੰ ਵੀ ਸੋਧ ਦਿਆਂਗੇ। ਸਿੰਘ ਲੈਂਗੇ ਸਾਥੇ ਲੂਟ। ਜੇ ਕੋਈ ਤੇਰੀ ਫੌਜ ਦਾ ਬੰਦਾ ਪਠਾਣਾ ਨੂੰ ਲੁੱਟਣ ਜਾਏਗਾ ਤੇ ਅਸੀਂ ਉਸ ਬੰਦੇ ਨੂੰ ਵੀ ਲੁੱਟ ਲਵਾਂਗੇ। ਔਰ ਦੇਂਗੇ ਸਿਰ ਪੀ ਕੂਟ। ਔਰ ਜੇ ਕੋਈ ਗੜਬੜ ਕਰੋਗੇ ਤੇ ਤੁਹਾਨੂੰ ਵੀ ਝਟਕ ਦਿਆਂਗੇ, ਤੁਹਾਡਾ ਵੀ ਸਿਰ ਲਾ ਦਿਆਂਗੇ। ਤਿਨਕੀ ਚੀਜ਼ ਸਭ ਸਿੰਘਨ ਲਈ। ਸੋ ਦੀਨਾ ਬੇਗ ਨੂੰ ਤਾਂ ਸੀਗਾ ਵੀ ਜਿਵੇਂ ਕਿਵੇਂ ਸਿੱਖ ਮੇਰੇ ਨਾਲ ਸੁਲ੍ਹਾ ਹੀ ਰੱਖਣ ਤੇ ਜਲੰਧਰ ਦਾ ਮੈਂ ਇੱਕ ਵਾਰੀ ਸੂਬੇਦਾਰ ਬਣ ਜਾਵਾਂ
ਤੇ ਉਸਨੇ ਕੋਈ ਗੜਬੜ ਨਹੀਂ ਕੀਤੀ। ਸਿੰਘਾਂ ਨੇ ਪਠਾਣਾਂ ਦਾ ਸਾਰਾ ਸਮਾਨ ਖੋਹ ਲਿਆ। ਡੇਰੇ ਤੋਂ ਸੋ ਫੂਕ ਬੂਝਈ। ਔਰ ਸਾਧ ਸੰਗਤ ਜੀ, ਜਿਹੜਾ ਤੁਰਕਾਂ ਦਾ ਪਠਾਣਾਂ ਦਾ ਡੇਰਾ ਸੀਗਾ ਉਹ ਸਾਰਾ ਇੱਕ ਤਰ੍ਹਾਂ ਨਾਲ ਸਿੰਘਾਂ ਨੇ ਫਤਿਹ ਕਰ ਲਿਆ। ਦੋਹਰਾ ਸਿਰ ਬਲੰਦ ਜਦ ਨੱਠ ਤੁਰਿਓ ਰਹਿਤੀ ਅੱਧੀ ਰਾਤ। ਸੋ ਸਰਬਲੰਦ ਖਾਨ ਅੱਧੀ ਰਾਤ ਨੂੰ ਜਲੰਧਰੋਂ ਜਦੋਂ ਦੌੜਿਆ, ਪਾਰ ਬਰਦਾਰੀ ਸਭ ਰਹੀ ਪਈ ਜਲੰਧਰ ਪ੍ਰਪਾਤ। ਸਾਧ ਸੰਗਤ ਜੀ, ਉਹਦੇ ਕੋਲ ਜਿਹੜਾ ਗੱਡਿਆਂ ਦਾ ਸੀ ਨਾ, ਗੱਡੇ ਸਨ ਭਾਰ ਬਰਦਾਰੀ, ਉਹ ਵੀ ਨਹੀਂ ਲਿਜਾ ਸਕਿਆ। ਭਾਵ ਜਦੋਂ ਸਿੰਘ ਜੋ ਆ ਕੇ ਪੈ ਗਏ ਅਕਾਲ ਅਕਾਲ ਕਰਦੇ ਅੱਧੀ ਰਾਤ ਨੂੰ, ਤੇ ਜਿਹੜਾ ਭਾਰ ਬਰਦਾਰੀ ਦਾ ਸਮਾਨ ਸੀ, ਗੱਡੇ ਗੁੱਡੇ ਸਨ, ਉਹ ਸਾਰੇ ਰਹਿ ਗਏ। ਤੇ ਸਰਬਲੰਦ ਖਾਨ ਦੀ ਫੌਜ ਬਸ ਆਪਣੀ ਜਾਨਾਂ ਬਚਾ ਕੇ ਮਸੀਂ ਦੌੜੀ ਹੈ। ਚੌਪਈ ਜਾਇ ਜਲੰਧਰ ਰਹਿਓ ਨਾ ਘੜੀ। ਉਹ ਜਲੰਧਰ ਗਿਆ, ਪਰ ਜਲੰਧਰ ਜਾ ਕੇ ਉਹਨੇ ਦੇਖਿਆ ਵੀ ਮੈਂ ਇੱਥੇ ਕੀ ਕਰਾਂਗਾ, ਇੱਥੇ ਮੇਰੇ ਕੋਲ ਕੋਈ ਅਸਲਾ ਨਹੀਂ, ਕੋਈ ਕਿਲਾ ਨਹੀਂ, ਹਥਿਆਰ ਨਹੀਂ। ਜੇ ਸਿੱਖ ਪਿੱਛੋਂ ਆ ਗਏ ਤੇ ਉਸ ਮੈਨੂੰ ਮਾਰ ਦੇਣਗੇ। ਡਰ ਗਿਆ ਬੁਰੀ ਤਰ੍ਹਾਂ ਪਠਾਨ, ਤੇ ਜਲੰਧਰ ਵੀ ਛੱਡ ਗਿਆ। ਸਿੰਘਨ ਫੌਜ ਤਿਸ ਪਾਛੇ ਚੜੀ। ਕਿਉਂਕਿ ਸਿੰਘਾਂ ਦੀ ਫੌਜ ਪਿੱਛੇ ਹੀ ਚੜੀ ਆ ਰਹੀ ਸੀ, ਕੋਈ ਬਹੁਤੀ ਦੂਰ ਨਹੀਂ ਸੀ। ਬਹੁਤ ਘੋੜੇ ਉਸ ਨਦੀਆਂ ਗੱਡੇ। ਉਹਦੇ ਜਿਹੜੇ ਘੋੜੇ ਸਨ ਉਹ ਨਦੀਆਂ ਵਿੱਚ ਗੱਡ ਗਏ, ਭਾਵ ਰੁੜ ਗਏ। ਨੱਠੇ ਪੈਰੀ ਘੋੜੇ ਛੱਡੇ। ਘੋੜੇ ਵੀ ਛੱਡ ਕੇ ਤੇ ਪਠਾਨ ਪੈਦਲ ਭੱਜ ਗਏ। ਉਹਾਂ ਜਲੰਧਰ ਪਾਜੜ ਪੜੀ। ਉਧਰ ਜਲੰਧਰ 'ਚ ਭਾਜੜਾਂ ਪੈ ਗਈਆਂ। ਧੋਗੜੀ ਆਏ ਜਲੰਧਰ ਵੜੀ। ਧੋਗੜੀ ਭਾਵ ਲੁਟੇਰਿਆਂ ਦਾ ਦਲ ਆ ਕੇ ਜਲੰਧਰ 'ਚ ਵੜ ਗਿਆ। ਤੋ ਲੈ ਸਿੰਘਨ ਫੇਰ ਆਈ ਛੂਟ। ਤੋ ਫਿਰ ਸਿੰਘ ਆ ਕੇ ਜਲੰਧਰ 'ਚ ਵੜੇ ਤੇ ਸਿੰਘਾਂ ਨੇ ਕਬਜ਼ਾ ਕਰ ਲਿਆ। ਖੂਬ ਕਰੀ ਭਾਜੜ ਕੀ ਲੂਟ। ਜਿਹੜੇ ਭੱਜੇ ਜਾਂਦੇ ਪਠਾਨ ਸਮਾਨ ਚੁੱਕ ਕੇ, ਕੋਈ ਸਮਾਨ ਮਹਿੰਗਾ ਮਹਿੰਗਾ ਚੁੱਕ ਲਿਆ ਪਠਾਣਾਂ ਨੇ ਵੀ ਲੈ ਜਾਵਾਂਗੇ, ਪਰ ਸਿੰਘਾਂ ਨੇ ਜਾਣ ਨਹੀਂ ਦਿੱਤੇ। ਉਹ ਵੀ ਘੇਰ ਕੇ ਖੋਹ ਲਿਆ ਸਾਰਾ ਕੁਝ। ਤਬ ਲੋ ਸਭ ਦਲ ਆਏ ਪਹੁੰਚਾ। ਜਦੋਂ ਉਹ ਤਾਂ ਤੇਜ ਤਰਾਰ ਸਿੰਘ ਪਹਿਲਾਂ ਪਹੁੰਚੇ, ਪਿੱਛੋਂ ਬਾਕੀ ਵੀ ਜਿਹੜਾ ਖਾਲਸੇ ਦਾ ਦਲ ਤੇ ਦੀਨਾ ਬੇਗ ਦੀ ਫੌਜ ਸਾਰੇ ਜਲੰਧਰ ਆ ਗਏ। ਪਹਿਲੇ ਲੂਟੇ ਗਿਰਦੇ ਕੂਚਾ। ਪਹਿਲਾਂ ਜਲੰਧਰ ਦੀਆਂ ਬਾਹਰਲੀਆਂ ਬਸਤੀਆਂ ਲੁੱਟੀਆਂ ਗਈਆਂ। ਦੀਨਾ ਬੇਗ ਪੈ ਤੁਰ ਪੁਕਾਰੇ। ਸਾਰੇ ਜਲੰਧਰ ਦੇ ਮੁਸਲਮਾਨ ਇਕੱਠੇ ਹੋ ਕੇ ਦੀਨਾ ਬੇਗ ਦੇ ਕੋਲ ਗਏ। ਰੱਖ ਲੋ ਜਲੰਧਰ ਪੈਸੇ ਦੇ ਭਾਰੇ। ਜਲੰਧਰ ਦੇ ਮੁਸਲਮਾਨ ਕਹਿਣ ਲੱਗੇ ਕਿ ਤੂੰ ਵੀ ਮੁਸਲਮਾਨ ਭਰਾ ਹੈ ਸਾਡਾ, ਜਲੰਧਰ ਬਚਾ ਲੈ, ਸਾਡੇ ਤੋਂ ਜਿੰਨੇ ਮਰਜ਼ੀ ਪੈਸੇ ਲੈ ਲੈ, ਪਰ ਲੁੱਟ ਮਾਰ ਬੰਦ ਕਰਾ ਦੇ, ਕਤਲੋ ਗਾਰਤ ਬੰਦ ਕਰਾ ਦੇ, ਸਿੱਖਾਂ ਨੂੰ ਰੋਕ ਦੇ। ਕਰੋੜ ਰੁਪਈਆ ਜਲੰਧਰ ਮਾਹੇ। 1 ਕਰੋੜ ਰੁਪਈਆ ਜਲੰਧਰ ਦੇ ਵੱਡੇ ਵੱਡੇ ਸੇਠਾਂ ਸ਼ਾਹੂਕਾਰਾਂ ਨੇ ਦੇਣਾ ਮੰਨ ਲਿਆ। ਹੱਤੀ ਦੇ ਤਾਂ ਲੁਟਾਓ ਸੋ ਨਾਹੇ। ਅਸੀਂ ਆਪ 1 ਕਰੋੜ ਰੁਪਈਆ ਇਕੱਠਾ ਕਰਕੇ ਦੇ ਦਿੰਨੇ ਆ। ਮੁਸਲਮਾਨ ਕਹਿੰਦੇ ਪਰ ਤੂੰ ਸਾਨੂੰ ਸਿੱਖਾਂ ਤੋਂ ਨਾ ਮਰਵਾ। ਦੀਨਾ ਬੇਗ ਜੱਸਾ ਸਿੰਘ ਪਾਸ। ਦੀਨਾ ਬੇਗ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਏ ਦੇ ਕੋਲ ਗਿਆ। ਖਾਲਸਿਓਂ ਗੁਪਤੀ ਭੇਜੀ ਅਰਦਾਸ। ਖਾਲਸੇ ਤੋਂ ਛੁਪਾ ਕੇ ਵੀ ਸਿੰਘ ਗੁੱਸਾ ਨਾ ਕਰ ਜਾਣ, ਉਹਨੇ ਬਾਬੇ ਜੱਸਾ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਇਦਾਂ ਪੈਸੇ ਮਿਲਦੇ ਆ, ਜੇ ਆਪਾਂ ਸ਼ਹਿਰ ਨੂੰ ਬਖਸ਼ ਦਈਏ ਤਾਂ। ਦੋਹਰਾ ਮੇਰੋ ਮੂੰਹ ਨਾ ਕਹਿ ਸਕੇ ਬੜਭਾਗ ਸਿੰਘ ਕੇ ਪਾਹੇ। ਜੱਸਾ ਸਿੰਘ ਨੂੰ ਬਾਬਾ ਦੀਨਾ ਬੇਗ ਕਹਿੰਦਾ ਕਿ ਸਰਦਾਰ ਜੀ, ਬਾਬੇ ਵਡਭਾਗ ਸਿੰਘ ਹੋਰਾਂ ਨੂੰ ਮੇਰਾ ਮੂੰਹ ਤਾਂ ਨਹੀਂ ਕਹਿ ਸਕਦਾ ਵੀ ਲੁੱਟ ਮਾਰ ਨਾ ਕਰੋ, ਕਿਉਂਕਿ ਉਹਨਾਂ ਨੇ ਪਹਿਲਾਂ ਕਿਹਾ ਸੀ ਬਾਬੇ ਵਡਭਾਗ ਸਿੰਘ ਨੇ ਵੀ ਜਦੋਂ ਅਸੀਂ ਜਲੰਧਰ 'ਚ ਵੜਾਂਗੇ ਤੂੰ ਸਾਨੂੰ ਇਹ ਨਾ ਆਖੀ ਵੀ ਕਤਲੋ ਗਾਰਤ ਬੰਦ ਕਰ ਦਿਓ, ਮੈਂ ਕਰਤਾਰਪੁਰ ਦਾ ਬਦਲਾ ਲੈਣਾ। ਤੇ ਮੈਂ ਉਹਨੂੰ ਵਾਅਦਾ ਦੇ ਚੁੱਕਾ। ਦੀਨਾ ਬੇਗ ਕਹਿੰਦਾ ਮੈਂ ਕਹਿ ਚੁੱਕਾ ਵੀ ਜਿਵੇਂ ਤੁਸੀਂ ਕਰੋਗੇ ਕਰ ਲਿਆ ਜੇ, ਪਰ ਹੁਣ ਸ਼ਹਿਰ ਦੇ ਲੋਕ ਕਹਿੰਦੇ ਆ ਵੀ ਨਾ ਕਰੋ, ਬਰਬਾਦੀ ਨਾ ਹੋਵੇ। ਤੇ ਤੁਸੀਂ ਬਾਬਾ ਜੀ ਜੱਸਾ ਸਿੰਘ ਜੀ, ਜੇ ਤੁਸੀਂ ਕਹਿ ਸਕਦੇ ਹੋ ਵਡਭਾਗ ਸਿੰਘ ਨੂੰ ਤਾਂ ਤੁਸੀਂ ਮਨਾ ਲਓ। ਜਲੰਧਰ ਬਚੇ ਬਚਾਏ ਜਿਮ ਲੈ ਟਕੇ ਸੋਬੇ ਪਰਵਾਹੇ। ਜਿਵੇਂ ਜਲੰਧਰ ਬਚਦਾ ਉਵੇਂ ਬਚਾ ਲਓ ਤੇ ਟਕੇ ਲੈ ਲਓ, ਪੈਸੇ ਲੈ ਲਓ ਜਿੰਨੇ ਖਾਲਸਾ ਜੀ ਤੁਸੀਂ ਲੈਣੇ ਨੇ। ਚੌਪਈ ਤਬ ਜੱਸਾ ਸਿੰਘ ਨਗਾਰਾ ਬਜਵਾਇਆ। ਸੋ ਬਾਬਾ ਜੱਸਾ ਸਿੰਘ ਜੀ ਨੇ ਉਸੇ ਵੇਲੇ ਕਤਲੋ ਗਾਰਤ ਬੰਦ ਕਰਨ ਦਾ ਨਗਾਰਾ ਵਜਾਤਾ ਵੀ ਬਸ ਕਰੋ, ਹੋਰ ਨਾ ਕਿਸੇ ਨੂੰ ਮਾਰੋ ਹੁਣ। ਵਡਭਾਗ ਸਿੰਘ ਨੇ ਸੋ ਸੁਣ ਪਾਇਆ। ਜਦੋਂ ਇਹ ਗੱਲ ਦਾ ਪਤਾ ਸੋਢੀ ਵਡਭਾਗ ਸਿੰਘ ਨੂੰ ਲੱਗਾ ਕਿ ਸਿੱਖਾਂ ਨੇ ਬਾਬਾ ਜੱਸਾ ਸਿੰਘ ਨੇ ਦੀਨਾ ਬੇਗ ਨਾਲ ਗੱਲਬਾਤ ਕਰ ਲਈ ਹੈ ਤੇ
ਢਿੱਲੇ ਪੈ ਗਏ ਐ, ਸ਼ਹਿਰ ਨੂੰ ਕਤਲ ਕਰਨ ਤੋਂ ਰੁਕ ਗਏ ਐ। ਸਰਬੱਤ ਖਾਲਸੋ ਸਦ ਬੁਲਾਇਆ। ਬਾਬੇ ਵਡਭਾਗ ਸਿੰਘ ਨੇ ਸਾਰੇ ਖਾਲਸੇ ਨੂੰ ਇਕੱਠਾ ਕਰ ਲਿਆ ਆਪਣੇ ਕੋਲ। ਇਕ ਤਾਂ ਤਿਨਕਾ ਦੀਵਾਨ ਲਗਾਇਆ। ਇੱਕ ਥਾਂ ਤੇ ਸਿੰਘਾਂ ਦਾ ਦੀਵਾਨ ਲਾਇਆ। ਜਲੰਧਰ ਵਿੱਚ ਸਾਰਾ ਖਾਲਸਾ ਇੱਕ ਥਾਂ ਤੇ ਇਕੱਠਾ ਹੋ ਕੇ ਬੈਠਿਆ। ਵਡਭਾਗ ਸਿੰਘ ਤਬ ਬੋਲਿਓ ਗੱਜ। ਜਦੋਂ ਸਾਰੇ ਸਿੰਘ ਆ ਗਏ, ਪੈਜਗੜੀਆ ਕਰਮ ਸਿੰਘ, ਸ਼ਾਮ ਸਿੰਘ ਨਾਰਲੇ ਵਾਲਾ ਅਤੇ ਹੋਰ ਜਿਹੜੇ ਸਿੰਘ ਸਰਦਾਰ ਸਨ, ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਸਾਰੇ ਬੈਠ ਗਏ। ਹੋਰ ਸਾਰੀਆਂ ਫੌਜਾਂ ਬੈਠ ਗਈਆਂ। ਤਾਂ ਉਸ ਦੀਵਾਨ ਵਿੱਚ ਬਾਬਾ ਵਡਭਾਗ ਸਿੰਘ ਬੜਾ ਗਰਮ ਹੋ ਕੇ ਬੋਲਿਆ। ਹੈ ਕੋ ਜਲੰਧਰ ਰਖੇ ਜੋ ਅੱਜ। ਗੁੱਸੇ ਜਾ ਕੇ ਕਹਿਣ ਲੱਗਾ, ਹੈ ਕੋਈ ਮਾਈ ਦਾ ਲਾਲ ਜਿਹੜਾ ਜਲੰਧਰ ਨੂੰ ਬਚਾ ਲਵੇ। ਤੂੰ ਕਟਾਰ ਤਿੰਨ ਹੱਥ ਚਮਕਾਇਆ। ਉਹਨੇ ਆਪਣੇ ਕਮਰ ਕਸੇ ਚੋਂ ਨਾ ਆਪਣਾ ਕਟਾਰ ਕੱਢ ਲਿਆ ਤੇ ਗੁੱਸੇ 'ਚ ਆ ਕੇ ਵਡਭਾਗ ਸਿੰਘ ਬੋਲਿਆ, ਉਸੇ ਮਾਰ ਮੈਂ ਮਰਹੋਂ ਘਾਇਆ। ਕਹਿੰਦਾ ਜਿਹੜਾ ਜਲੰਧਰ ਨੂੰ ਬਚਾਉਣ ਦੀ ਵੀ ਗੱਲ ਕਰੇਗਾ, ਪਹਿਲਾਂ ਮੈਂ ਉਹਨੂੰ ਮਾਰਾਂਗਾ, ਫਿਰ ਮੈਂ ਆਪ ਮਰਾਂਗਾ। ਉਠਿਓ ਖਾਲਸਾ ਹੱਥ ਸਭ ਜੋੜ। ਸਾਰੇ ਸਿੰਘ ਬਾਬੇ ਵਡਭਾਗ ਸਿੰਘ ਦਾ ਗੁੱਸਾ ਵੇਖ ਕੇ ਹੱਥ ਜੋੜ ਕੇ ਖਲੋ ਗਏ। ਕੌਣ ਸਕੈ ਤਵ ਬਚਨ ਸੋ ਮੋੜ। ਸਾਰੇ ਸਿੰਘ ਕਹਿੰਦੇ, ਸੋਢੀ ਸਾਹਿਬ ਤੁਸੀਂ ਗੁਰੂ ਦੇ ਸਾਹਿਬਜ਼ਾਦੇ ਹੋ, ਤੁਹਾਡਾ ਬਚਨ ਕੋਈ ਨਹੀਂ ਮੋੜ ਸਕਦਾ। ਤੇ ਨਗਾਰੇ ਸਭਨ ਬਜਾਈ। ਜਿਵੇਂ ਤੁਸੀਂ ਕਹੋਗੇ ਉਵੇਂ ਹੀ ਕਰਾਂਗੇ। ਪਹਿਲਾਂ ਤਾਂ ਸਿੰਘ ਦੀਨਾ ਬੇਗ ਦੇ ਕਹੇ ਦੇ ਥੋੜੇ ਨਰਮ ਹੋ ਗਏ ਸਨ, ਪਰ ਵਡਭਾਗ ਸਿੰਘ ਨੇ ਸਿੰਘਾਂ ਨੂੰ ਜਲੰਧਰ ਫਤਿਹ ਕਰਨ ਦਾ ਹੁਕਮ ਦੇ ਦਿੱਤਾ। ਦੀਨਾ ਰਖੇ ਤੋਂ ਉਸੇ ਲੁਟਾਈ। ਤੇ ਵਡਭਾਗ ਸਿੰਘ ਕਹਿਣ ਲੱਗਾ, ਜੇ ਦੀਨਾ ਬੇਗ ਕਵੇ ਨਾ ਵੀ ਸ਼ਹਿਰ ਨੂੰ ਬਚਾਉਣਾ, ਤਾਂ ਪਹਿਲਾਂ ਦੀਨਾ ਬੇਗ ਨੂੰ ਮਾਰਿਆ ਜੇ ਤੇ ਫੇਰ ਗੱਲ ਕਰਿਆ ਜੇ ਮੇਰੇ ਨਾਲ। ਹਾਂਜੀ, ਦੀਨਾ ਬੇਗ ਨੇ ਯੂੰ ਸੁਣ ਪਾਈ। ਜਦੋਂ ਦੀਨਾ ਬੇਗ ਨੂੰ ਪਤਾ ਲੱਗਾ ਕਿ ਵਡਭਾਗ ਸਿੰਘ ਬੜਾ ਗਰਮ ਹੋਇਆ ਫਿਰਦਾ ਹੈ, ਤੇ ਉਹ ਕਹਿੰਦਾ ਵੀ ਦੀਨਾ ਬੇਗ ਨੂੰ ਵੀ ਮਾਰ ਦੇਣਾ ਜੇ ਜਲੰਧਰ ਨੂੰ ਬਚਾਉਣ ਦੀ ਗੱਲ ਕਰੇ। ਮਤ ਮੈਂ ਪਹਿਲੋਂ ਜਾਉਂ ਲੁਟਾਈ। ਦੀਨਾ ਬੇਗ ਡਰ ਗਿਆ ਕਿ ਕਿਤੇ ਦੀਨਾ ਵਡਭਾਗ ਸਿੰਘ ਦੇ ਆਖੇ ਲੱਗ ਕੇ ਸਿੱਖ ਹੀ ਮੈਨੂੰ ਹੀ ਨਾ ਲੁੱਟ ਲੈਣ। ਨਗਾਰਾ ਤੁਰ ਸੋ ਦਿਓ ਬਜਾਈ। ਉਹਨੇ ਵੀ ਜੰਗ ਦਾ ਨਗਾਰਾ ਫੇਰ ਵਜਾ ਦਿੱਤਾ ਡਰਦਿਆਂ ਮਾਰਿਆਂ। ਤੁਰ ਖਾਲਸੇ ਮੈਂ ਪਹੁੰਚੋ ਆਈ। ਤੇ ਫਟਾਫਟ ਦੀਨਾ ਬੇਗ ਸਿੰਘਾਂ ਦੇ ਕੋਲ ਆ ਗਿਆ, ਵਡਭਾਗ ਸਿੰਘ ਦੇ ਕੋਲ ਆ ਗਿਆ। ਦੋਹਰਾ ਵਡਭਾਗ ਸਿੰਘ ਪੈ ਹੋ ਖੜੋ, ਕਹਿਓ ਮੋਰਚੋ ਅਬੈ ਬਤਾਓ। ਹੱਥ ਜੋੜ ਕੇ ਮਿੱਠਾ ਜਿਹਾ ਬਣ ਕੇ। ਦੀਨਾ ਬੇਗ ਬੜਾ ਚਲਾਕ ਬੰਦਾ ਸੀ। ਲੋੜ ਪਏ ਤੇ ਗਧੇ ਨੂੰ ਬਾਪ ਕਹਿ ਲੈਂਦਾ ਸੀ, ਕੰਮ ਨਿਕਲ ਜਾਵੇ ਤੇ ਬਾਪ ਨੂੰ ਵੀ ਨਹੀਂ ਸੀ ਪੁੱਛਦਾ, ਇਹੋ ਜਿਹਾ ਬੰਦਾ ਸੀ। ਤੇ ਬਾਬਾ ਵਡਭਾਗ ਸਿੰਘ ਨੂੰ ਕਹਿਣ ਲੱਗਾ, ਬਾਬਾ ਜੀ ਮੈਨੂੰ ਦੱਸੋ ਮੈਂ ਕਿਹੜੇ ਮੋਰਚੇ ਤੇ ਹੱਲਾ ਕਰਾਂ, ਮੇਰੀ ਡਿਊਟੀ ਲਾਓ, ਮੈਂ ਜਾਣਾ ਅੱਗੇ ਹੋ ਕੇ ਲੜਨ ਲਈ। ਹੱਬ ਪਿਛਲੇ ਪੈਸੇ ਤਾਰੀਐ, ਉਹ ਅੱਗੇ ਲਿਓ ਕੜਾਹੋ। ਨਾਲੇ ਮੈਂ 1 ਲੱਖ ਰੁਪਈਆ ਲੈ ਕੇ ਆਇਆ ਗੁਰੂ ਕੇ ਲੰਗਰਾਂ ਵਾਸਤੇ, ਤੇ 1000 ਰੁਪਈਆ ਕੜਾਹ ਪ੍ਰਸ਼ਾਦ ਲਈ। ਇਹ ਤਾਂ ਲਓ ਨਾ ਪਹਿਲਾਂ, ਤੇ ਫੇਰ ਅੱਗੇ ਹੋਰ ਹੁਕਮ ਦੱਸੋ ਵੀ ਮੈਂ ਕੀ ਸੇਵਾ ਕਰਾਂ। ਚੌਪਈ ਵਡਭਾਗ ਸਿੰਘਨੇ ਯੋ ਤਬ ਕਹੀ। ਇਹ ਸੁਣ ਕੇ ਬਾਬਾ ਵਡਭਾਗ ਸਿੰਘ ਦੀਨਾ ਬੇਗ ਨੂੰ ਵੀ ਗਰਮ ਹੋ ਕੇ ਬੋਲਿਆ, ਕਤਲ ਪਠਾਨਨ ਕਰਕੇ ਸਹੀ। ਬਈ ਗੱਲ ਇੱਕੋ ਹੈ, ਜੇ ਤੂੰ ਬੰਦਾ ਬਣ ਕੇ ਅੱਗੇ ਲੱਗੇ ਤਾਂ ਠੀਕ ਹੈ, ਸ਼ਹਿਰ 'ਚ ਪਠਾਨ ਮੈਂ ਕੋਈ ਨਹੀਂ ਛੱਡਣਾ। ਜਿਨ੍ਹਾਂ ਨੇ ਮੇਰਾ ਨਗਰ ਉਜਾੜਿਆ, ਗੁਰਦੁਆਰਾ ਥੰਮ ਸਭ ਸਾੜਿਆ, ਗਊਆਂ ਮਾਰੀਆਂ, ਧੀਆਂ ਭੈਣਾਂ ਦੀ ਉੱਥੇ ਬੇਇੱਜ਼ਤੀ ਕੀਤੀ, ਮੈਂ ਉਹ ਨਹੀਂ ਛੱਡਣੇ। ਹਾਂਜੀ, ਨਾਸਰ ਅਲੀ ਫੂਕੇ ਆਗ। ਮੈਂ ਨਾਸਰ ਅਲੀ ਦੀ ਲਾਸ਼ ਕਬਰ ਚੋਂ ਕੱਢ ਕੇ ਫੂਕਣੀ ਹੈ। ਔਰ ਕਾਮ ਹਮ ਪਿਛਲੇ ਲਾਗ। ਬਾਕੀ ਕੰਮ ਬਾਅਦ ਵਿੱਚ ਕਰਾਂਗਾ, ਪਹਿਲਾਂ ਨਾਸਰ ਅਲੀ ਤੇ ਆਪਣਾ ਗੁੱਸਾ ਕੱਢਾਂਗਾ। ਦੋਹਰਾ ਵਡਭਾਗ ਸਿੰਘ ਖਾਲਸੇ ਕਹੈ, ਹੈ ਜੋ ਸਿੱਖ ਮੁਰੀਦ। ਬਾਬਾ ਵਡਭਾਗ ਸਿੰਘ ਜੀ ਨੇ ਸਾਰੇ ਖਾਲਸੇ ਨੂੰ ਕਹਿ ਦਿੱਤਾ, ਸਿੰਘੋ ਜਿਹੜਾ ਗੁਰੂ ਅਰਜਨ ਦੇਵ ਦਾ ਸਿੱਖ ਹੈ, ਤੁਰਕਨ ਕੀ ਲੋ ਤੁਰਕਣੀ, ਹਮਰੀ ਯਹੀ ਤਕੀਦ। ਇੱਥੇ ਇਹਨਾਂ ਨੇ ਗੁਰੂ ਕੀ ਨਗਰੀ 'ਚ ਬੇਅਦਬੀ ਕੀਤੀ ਹੈ ਬੀਬੀਆਂ ਭੈਣਾਂ ਦੀ। ਕਰਤਾਰਪੁਰ ਸਾਹਿਬ ਵਿੱਚ ਸਾਧ ਸੰਗਤ ਦੀ ਸੋਢੀ ਰਹਿੰਦੇ ਸਨ। ਗੁਰੂ ਸਾਹਿਬ 6ਵੇਂ ਪਾਤਸ਼ਾਹ ਦਾ ਪੋਤਰਾ ਬਾਬਾ ਧੀਰਮਲ ਜੀ, ਤੇ ਧੀਰਮਲ ਦੇ ਪੋਤਰੇ ਦਾ ਅੱਗੋਂ ਪੜਪੋਤਰਾ ਸੀ ਵਡਭਾਗ ਸਿੰਘ। ਪਹਿਲਾਂ ਤਾਂ ਗੁਰੂ ਘਰ ਤੋਂ ਥੋੜੇ ਦੂਰ ਰਹੇ, ਪਰ 10ਵੇਂ ਪਾਤਸ਼ਾਹ ਦੇ ਸਮੇਂ ਧੀਰਮਲ ਦਾ ਪੜਪੋਤਰਾ ਗੁਰੂ ਸਾਹਿਬ ਕੋਲ ਆਇਆ, ਕਹਿਣ ਲੱਗਾ, ਮਹਾਰਾਜ ਮੈਨੂੰ 10ਵੇਂ ਪਾਤਸ਼ਾਹ ਜੀ ਨੂੰ ਕਿ ਸਾਨੂੰ ਕਿਰਪਾ ਕਰੋ, ਬਖਸ਼ਿਸ਼ ਕਰੋ। ਤੇ ਮਹਾਰਾਜ ਨੇ ਆਖਿਆ, ਤੇਰਾ ਪੋਤਰਾ ਖਾਲਸੇ 'ਚ ਰਲ ਜਾਏਗਾ। ਸੋ ਵਡਭਾਗ ਸਿੰਘ ਨੇ ਪੰਥ ਕੋਲੋਂ ਅੰਮ੍ਰਿਤ ਛਕ ਲਿਆ ਸੀਗਾ, ਇਸ ਕਰਕੇ ਇਹਦਾ ਨਾਮ ਵਡਭਾਗ ਰਾਏ ਤੋਂ ਵਡਭਾਗ ਸਿੰਘ ਬਣਿਆ। ਸੋ ਬਾਬਾ ਵਡਭਾਗ ਸਿੰਘ ਸਿੰਘਾਂ ਨੂੰ ਕਹਿਣ ਲੱਗਾ ਵੀ ਗੁਰੂ ਸਾਹਿਬ ਦਾ ਗੁਰਦੁਆਰਾ ਹੈ 5ਵੇਂ ਪਾਤਸ਼ਾਹ ਦਾ, ਉਹਦੀ ਬੇਅਦਬੀ ਹੋਈ ਹੈ, ਉਹਦਾ ਬਦਲਾ ਲਓ
ਇਹਨਾਂ ਤੁਰਕਾਂ ਨੇ ਜੋ ਕੁਝ ਕੀਤਾ ਉਸ ਨਗਰ ਦੇ ਵਿੱਚ, ਮੈਂ ਇੱਥੇ ਵੀ ਉਹੀ ਕਰਕੇ ਵਿਖਾਵਾਂਗਾ ਜਲੰਧਰ ਵਿੱਚ। ਚੌਪਈ ਦੀਨਾ ਬੇਗ ਨੂੰ ਇਉਂ ਕਹਿ ਦਿਓ, ਦੀਨਾ ਬੇਗ ਨੂੰ ਬਾਬੇ ਵਡਭਾਗ ਸਿੰਘ ਨੇ ਆਖਿਆ, ਤੁਮ ਆਪਣੇ ਡੇਰੇ ਤੇ ਨਿਕਲ ਨਾ ਦਿਓ। ਤੂੰ ਆਪਣੇ ਡੇਰੇ 'ਚ ਚੁੱਪ ਕਰਕੇ ਬੈਠਾ ਰਹੀ, ਤੂੰ ਬਾਹਰ ਨਾ ਨਿਕਲੀ। ਜੇ ਤੂੰ ਬਾਹਰ ਨਿਕਲਿਆ ਤੇ ਤੂੰ ਕਿਸੇ ਦੀ ਰਈ ਕੀਤੀ ਤਾਂ ਫਿਰ ਅਸੀਂ ਤੇਰਾ ਵੀ ਖਿਆਲ ਰੱਖ ਲੈ, ਵੀ ਕੋਈ ਲਿਹਾਜ਼ ਨਹੀਂ ਕਰਾਂਗੇ। ਕਿਆ ਜਾਣੋ ਕੋਈ ਹਵੈ ਜੇ ਬਾਤ, ਜੇ ਬਾਹਰ ਨਿਕਲਿਆ ਕੋਈ ਭਾਣਾ ਵਰਤ ਗਿਆ, ਕਿਸੇ ਸਿੰਘ ਦੇ ਤੂੰ ਢਏ ਚੜ ਗਿਆ, ਤੈਨੂੰ ਕੋਈ ਝਟਕਾ ਆ ਗਿਆ, ਫਿਰ ਸਾਡੀ ਜ਼ਿੰਮੇਵਾਰੀ ਕੋਈ ਨਹੀਂ। ਵਿੱਚੋਂ ਹੋਵੇ ਤੁਮਰੋ ਘਾਤ, ਵਿੱਚੇ ਤੂੰ ਵੀ ਨਾ ਮਾਰਿਆ ਜਾਵੀਂ, ਅਸੀਂ ਕੋਈ ਤੁਰਕ ਨਹੀਂ ਛੱਡਣਾ, ਪਠਾਨ ਨਹੀਂ ਛੱਡਣਾ। ਦੀਨਾ ਬਿਗ ਤਬ ਯੂੰ ਕਹਿ ਦਿਓ, ਸੋ ਦੀਨਾ ਬੇਗ ਅੱਗੋਂ ਕਹਿਣ ਲੱਗਾ, ਮੈਂ ਅਬ ਤੁਮਰੋ ਸਿੱਖ ਹਵੈ ਰਹਿਓ। ਬੜਾ ਚਲਾਕ ਦੀਨਾ ਬੇਗ ਹੱਥ ਜੋੜ ਕੇ ਕਹਿੰਦਾ, ਬਾਬਾ ਜੀ ਮੈਂ ਤੇ ਤੁਹਾਡਾ ਸਿੱਖ ਹਾਂ, ਮੈਂ ਤੁਹਾਡਾ ਸੇਵਕ ਹਾਂ, ਤੁਸੀਂ ਮੇਰੇ ਗੁਰੂ ਹੋ। ਪੋਡਾ ਸਿੱਖ ਮੈਂ ਤੁਮਰੋ ਪਇਓ, ਮੈਂ ਤੁਹਾਡਾ ਰੋਡਾ ਭੋਡਾ ਸਿੱਖ, ਮੈਂ ਤੁਹਾਡਾ ਰੋਡਾ ਭੋਡਾ ਸਿੱਖ ਹਾਂ। ਜਿਮ ਚਾਹੋ ਤਿਮੀ ਰਖ ਲਿਓ, ਜਿਵੇਂ ਮੈਨੂੰ ਚਾਹੋ ਮੈਨੂੰ ਬਚਾਓ, ਤੇ ਜਲੰਧਰ ਦਾ ਤਾਂ ਜਿਵੇਂ ਮਰਜ਼ੀ ਤੁਸੀਂ ਬਰਬਾਦੀ ਕਰੋ, ਬਦਲਾ ਲਵੋ ਆਪਣੇ ਗੁਰਦੁਆਰੇ ਦਾ। ਤਬੇ ਖਾਲਸਾ ਹੱਲਾ ਕੀਓ, ਤਾਂ ਉਸ ਵੇਲੇ ਬਾਬਾ ਵਡਭਾਗ ਸਿੰਘ ਦਾ ਹੁਕਮ ਪਾ ਕੇ ਸਿੰਘਾਂ ਨੇ ਹੱਲਾ ਬੋਲ ਦਿੱਤਾ। ਬੜੇ ਸੋ ਸ਼ਹਿਰ ਕਤਲਿਓ ਕੀਓ, ਸ਼ਹਿਰ ਜਲੰਧਰ ਦੇ ਵਿੱਚ ਬਹੁਤ ਬਰਬਾਦੀ ਹੋਈ ਸੀ ਉਸ ਵੇਲੇ, ਕਿਉਂਕਿ ਸਾਧ ਸੰਗਤ ਜੀ ਜਿਹੜਾ ਬੀਜਾ ਸੋ ਲੁਣਾ, ਕਰਮਾ ਸੰਧੜਾ ਖੇਤ। ਪਹਿਲਾਂ ਇਹਨਾਂ ਜਲੰਧਰ ਦੇ ਪਠਾਣਾਂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ, ਉੱਥੋਂ 4-5 ਕਿਲੋਮੀਟਰ ਹੀ ਹੈ ਨਾ ਜਲੰਧਰ ਤੋਂ ਕਰਤਾਰਪੁਰ, ਉੱਥੇ ਬਹੁਤ ਬਰਬਾਦੀ ਕੀਤੀ ਸੀ। ਪਿੰਡ ਸਾਰਾ ਕਰਤਾਰਪੁਰ ਸਾੜ ਦਿੱਤਾ ਸੀ, ਗੁਰਦੁਆਰਾ ਥੰਮ ਸਾਹਿਬ ਸਾੜ ਦਿੱਤਾ, ਬੀਬੀਆਂ ਭੈਣਾਂ ਦੀ ਬਹੁਤ ਬੇਇੱਜ਼ਤੀ ਕੀਤੀ, ਗਲੀਆਂ ਬਾਜ਼ਾਰਾਂ 'ਚ ਧੂ ਕੇ। ਤੇ ਪਠਾਣਾਂ ਨੇ ਗਊਆਂ ਜਿਹੜੀਆਂ ਸੀ ਲਿਆ ਕੇ ਗੁਰਦੁਆਰੇ ਵਿੱਚ ਹਲਾਲ ਕੀਤੀਆਂ। ਉਸ ਗੱਲ ਦਾ ਵਡਭਾਗ ਸਿੰਘ ਨੂੰ ਗੁੱਸਾ ਸੀਗਾ, ਉਹ ਕਹਿੰਦਾ ਵੀ ਮੈਂ ਤਾਂ ਬਦਲਾ ਲੈਣਾ ਹੈ। ਹਾਂਜੀ, ਬੋਧੀ ਵਾਲੇ ਦੇਵੇਂ ਛਾੜ, ਜਿਹੜਾ ਬੋਧੀ ਦਿਖਾ ਦੇਵੇ ਸਿਰ ਤੇ। ਪਹਿਲਾਂ ਸਾਰੇ ਹਿੰਦੂ ਬੋਧੀ ਰੱਖਦੇ ਸਨ। ਅਸਲ ਵਿੱਚ ਖਾਲਸਾ ਜੀ ਜਿਹੜਾ ਸਨਾਤਨ ਧਰਮ ਸੀਗਾ, ਹਿੰਦੂ ਧਰਮ, ਹਿੰਦੂ ਸ਼ਬਦ ਨਹੀਂ, ਇਹ ਤਾਂ ਕੋਈ 2-2.5 ਹਜ਼ਾਰ ਸਾਲ ਤੋਂ ਹਿੰਦੂ ਸ਼ਬਦ ਜਾਂ ਇਸ ਤੋਂ ਵੀ ਬਾਅਦ ਵਿੱਚ ਚੱਲਿਆ ਹੈ। ਪਹਿਲਾ ਸ਼ਬਦ ਸੀਗਾ ਸਨਾਤਨ ਧਰਮ। ਸਨਾਤਨ ਧਰਮ ਜਿਹੜਾ ਸੀ, ਸ੍ਰੀ ਰਾਮ ਚੰਦਰ ਜੀ, ਕ੍ਰਿਸ਼ਨ ਜੀ, ਹੋਰ ਮਹਾਂਪੁਰਸ਼ ਰਿਸ਼ੀ ਮੁਨੀ ਜਿਨ੍ਹਾਂ ਨੇ ਵੈਦਿਕ ਮੰਤਰ ਰਚੇ ਹਨ, ਪੁਲਸਤ, ਅਗਸਤ, ਅੰਗਰਾ, ਵਿਸ਼ਵਾਮਿੱਤਰ, ਵਸ਼ਿਸ਼ਟ, ਵੇਦ ਵਿਆਸ, ਜਿਹੜੇ ਮਹਾਂਪੁਰਸ਼ ਹੋਏ ਨੇ, ਉਹ ਸਾਰੇ ਇਸੇ ਸਰੂਪ ਵਿੱਚ ਸਨ ਜਿਹੜੇ 'ਚ ਅੱਜ ਖਾਲਸਾ ਹੈ। ਕੋਈ ਵੀ ਕੇਸ ਨਹੀਂ ਸੀ ਕਟਾਉਂਦਾ, ਸਰੀਰ ਪੈਰਾਂ ਤੋਂ ਲੈ ਕੇ ਸਿਰ ਤੱਕ, ਸਿਰ ਤੋਂ ਲੈ ਕੇ ਪੈਰਾਂ ਤੱਕ ਇੱਕ ਵੀ ਰੋਮ ਕਿਸੇ ਮਹਾਂਪੁਰਸ਼ ਨੇ ਨਹੀਂ ਕਟਾਇਆ, ਸਾਰੇ ਕੇਸਾਧਾਰੀ ਹੁੰਦੇ ਸਨ। ਦੂਸਰਾ ਜਿਹੜਾ ਖਾਲਸੇ ਦੀ ਨਿਸ਼ਾਨੀ ਹੈ ਕਛਹਿਰਾ, ਸਾਰੇ ਹੀ ਕਛਹਿਰਾ ਪੜਦਾ ਜਿਹੜਾ ਉਹ ਰੱਖਦੇ ਸਨ। ਤੀਸਰਾ ਜਿਹੜਾ ਸ਼ਸਤਰ ਕਿਰਪਾਨ ਜੋ ਆਪਾਂ ਪਾਉਂਦੇ ਆ, 5 ਸ਼ਸਤਰ ਨੇ, ਸਾਰੇ ਹੀ ਮਹਾਂਪੁਰਸ਼ ਰਿਸ਼ੀ ਮੁਨੀ ਸ਼ਸਤਰਧਾਰੀ ਵੀ ਸਨ। ਸ੍ਰੀ ਰਾਮ ਚੰਦਰ ਜੀ ਦੇ ਦੇਖੋ ਧਨੁਸ਼ ਬਾਣ ਸੀਗਾ, ਤੇ ਬਾਕੀ ਵੀ ਸਾਰੇ ਸ਼ਸਤਰ ਜੰਗ 'ਚ ਉਹਨਾਂ ਨੇ ਵਰਤੇ ਹਨ। ਹਨੂਮਾਨ ਜੀ ਦੇ ਕੋਲ ਗੁਰਜ ਗਦਾ ਤੁਸੀਂ ਦੇਖਦੇ ਹੋ। ਸ੍ਰੀ ਕ੍ਰਿਸ਼ਨ ਜੀ ਕੋਲ ਸੁਦਰਸ਼ਨ ਚੱਕਰ ਹੈ, ਪਰ ਦਸਮ ਗ੍ਰੰਥ ਵਿੱਚ ਪੜ੍ਹੋ ਤਾਂ ਸਾਰੇ ਸ਼ਸਤਰ ਜੰਗ ਵਿੱਚ ਲਾ ਰਹੇ ਹਨ। ਇਸੇ ਤਰ੍ਹਾਂ ਸ੍ਰੀ ਭਗਵਾਨ ਸ਼ਿਵ ਜੀ ਦੇ ਹੱਥ 'ਚ ਤਰਸੂਲ ਨਜ਼ਰ ਆਉਂਦਾ ਹੈ। ਜਿੰਨੇ ਵੀ ਇਹਨਾਂ ਦੇ ਯੋਧੇ ਅਵਤਾਰੀ ਪੁਰਸ਼ ਸ਼ਸਤਰਧਾਰੀ ਹੋਏ। ਸੋ ਮਹਾਰਾਜ ਨੇ ਉਹ ਸਨਾਤਨ ਜਿਹੜਾ ਸਰੂਪ ਸੀ ਨਾ ਰਿਸ਼ੀਆਂ ਮੁਨੀਆਂ ਦਾ, ਉਹ ਖਾਲਸੇ ਨੂੰ ਦਿੱਤਾ। ਪਰ ਇਹ ਜਿਹੜਾ ਕੇਸ ਕਟਾਉਣ ਦਾ ਰਿਵਾਜ ਚੱਲਿਆ, ਇਹਦਾ ਕਾਰਨ ਗੁਰਪ੍ਰਤਾਪ ਸੂਰਜ ਵਿੱਚ ਕਲਗੀਧਰ ਪਾਤਸ਼ਾਹ ਨੂੰ ਜਦੋਂ ਪੁੱਛਿਆ ਸੀ, ਮਹਾਰਾਜ ਕੇਸ ਕਿੱਥੋਂ ਕੱਟਣੇ ਸ਼ੁਰੂ ਹੋਏ ਨੇ, ਆਗਰੇ ਸ਼ਹਿਰ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਠਹਿਰੇ ਹੋਏ ਸਨ, ਤੇ ਉੱਥੇ ਇੱਕ 9 ਨਿਧ ਖੱਤਰੀ ਮਿਲਿਆ ਗੁਰੂ ਸਾਹਿਬ ਜੀ ਨੂੰ, 10ਵੇਂ ਪਾਤਸ਼ਾਹ ਜੀ ਨੂੰ। ਉਹ 4 ਵੇਦ, 6 ਸ਼ਾਸਤਰ, 27 ਸਿਮਰਤੀਆਂ, 18 ਪੁਰਾਣ ਪੜ੍ਹਿਆ, ਬਹੁਤ ਵਿਦਵਾਨ ਖੱਤਰੀ ਸੀਗਾ। ਗੁਰੂ ਸਾਹਿਬ ਜੀ ਕੋਲ ਆਇਆ ਤੇ ਕੁਝ ਬਚਨ ਵਿਲਾਸ ਕੀਤੇ। ਉਹ ਸਤਿਗੁਰਾਂ ਦੀ ਵਿਦਿਆ ਤੋਂ ਜਾਣੂ ਸੀਗਾ, ਤੇ ਵਿਦਵਾਨਾਂ ਨਾਲ ਵਿਦਵਾਨ ਗੱਲ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਬਚਨ ਕਰਦਾ ਕਰਦਾ ਇੱਥੇ ਆ ਕੇ ਇੱਕ ਸਵਾਲ ਕਰ ਦਿੱਤਾ। ਕਹਿੰਦਾ ਜੀ ਹੋਰ ਤਾਂ ਠੀਕ ਹੈ, ਸੰਗ ਆਪ ਕੇ ਕੇਸਾ ਧਾਰੀ, ਰੀਤ ਇਹਨੋਂ ਕੀ ਅਪਰਪਾਰੀ। ਜਿਹੜੇ ਤੁਹਾਡੇ ਨਾਲ ਹਨ ਸਾਰੇ ਹੀ ਕੇਸਾ ਧਾਰੀ ਹਨ, ਇਹਨਾਂ 'ਚੋਂ ਕੋਈ ਕੇਸ ਨਹੀਂ ਕਟਾਉਂਦਾ। ਇਹ ਕੇਸ ਰੱਖਣ ਦੀ ਕਿਆ ਮਰਿਆਦਾ ਸ਼ੁਰੂ ਕਰ ਦਿੱਤੀ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਕਿ 9 ਨਿਧ, ਜੇ ਕੋਈ ਅਨਪੜ੍ਹ ਬੰਦਾ ਸਾਡੇ ਅੱਗੇ ਸਵਾਲ ਕਰਦਾ ਅਸੀਂ ਜਵਾਬ ਦਿੰਦੇ, ਤੂੰ ਤਾਂ ਪੜ੍ਹਿਆ ਲਿਖਿਆ ਹਾਂ,
ਤੂੰ ਸਾਰੇ ਵੇਦ ਸ਼ਾਸਤਰ ਪੜ੍ਹੇ, ਤੈਨੂੰ ਪਤਾ ਨਹੀਂ ਕਿ ਭਾਰਤ ਵਿੱਚ ਕੋਈ ਵੀ ਕੇਸ ਨਹੀਂ ਸੀ ਕਟਾਉਂਦਾ। ਇਹ ਤਾਂ 2200 ਸਾਲ ਹੋਏ ਨੇ। ਇੱਕ ਨੰਦ ਵੰਸ਼ ਦੇ 9 ਨੰਦ ਜਿਨ੍ਹਾਂ ਨੂੰ ਕਹਿੰਦੇ ਆ, ਉਹ ਰਾਜੇ ਹੋਏ ਨੇ। ਉਹ ਸ਼ੂਦਰ ਬਿਰਤੀ ਵਾਲੇ ਸਨ, ਤੇ ਉਹ ਸ਼ੂਦਰ ਬਿਰਤੀ ਉਹਨਾਂ ਨੇ ਜਦੋਂ ਰਾਜ ਕਬਜ਼ਾ ਕਰ ਲਿਆ ਸਾਰੇ ਪਾਸੇ, ਛਤਰੀਆਂ ਤੋਂ ਰਾਜ ਖੋਹ ਲਿਆ ਸ਼ੂਦਰਾਂ ਨੇ, ਤਾਂ ਉਹ ਨੰਦ ਰਾਜੇ ਨੇ ਆਪਣੇ ਜਿਹੜੇ ਖਾਸ ਪੰਡਤ ਸਨ ਉਹਨਾਂ ਨੂੰ ਲਾਲਚ ਦੇ ਕੇ ਪੁੱਛਿਆ, ਪੰਡਤਾਂ ਨੂੰ ਪੁੱਛਿਆ ਵੀ ਪੰਡਤੋ, ਤੁਸੀਂ ਜਿਹੜਾ ਛਤਰੀਆਂ ਨੂੰ ਵਾਸਤੇ ਯੱਗ ਕਰਦੇ ਹੋ, ਮੰਤਰ ਪੜ੍ਹਦੇ ਹੋ, ਉਹਦੇ 'ਚ ਸ਼ਕਤੀ ਪੈਦਾ ਹੁੰਦੀ, ਛਤਰੀ ਰਾਜ ਕਰਦੇ ਨੇ। ਕਿਉਂਕਿ ਨੰਦ ਨੂੰ ਇਹ ਖਤਰਾ ਸੀ ਜੇ ਛਤਰੀਆਂ ਵਾਸਤੇ ਮੰਤਰ ਪੜ੍ਹਨਗੇ ਬਾਹਮਣ ਤੇ ਛਤਰੀ ਤਾਕਤ 'ਚ ਆਉਣਗੇ ਤੇ ਫਿਰ ਸਾਡੇ ਤੋਂ ਰਾਜ ਖੋਹ ਲੈਣਗੇ ਤੇ ਰਾਜ ਕਿਤੇ ਚਲਾ ਨਾ ਜਾਵੇ। ਇਸ ਕਰਕੇ ਉਹਨੇ ਪੰਡਤਾਂ ਨੂੰ ਪੁੱਛਿਆ ਵੀ ਤੁਸੀਂ ਇਹ ਦੱਸੋ ਵੀ ਤੁਹਾਡੇ 'ਚ ਕਿਹੜੀ ਸ਼ਕਤੀ ਹੈ ਜਿਹਦੇ ਨਾਲ ਮੰਤਰ ਸਿੱਧ ਹੁੰਦਾ ਹੈ, ਮੰਤਰ ਸਿੱਧ ਹੋਣ ਵਾਸਤੇ ਕਿਹੜੀ ਚੀਜ਼ ਹੈ। ਤਾਂ ਕੋਈ ਪੰਡਤ ਲਾਲਚ ਵਿੱਚ ਆ ਗਏ ਜਾਂ ਡਰਾਵੇ 'ਚ ਆ ਗਏ, ਉਹ ਦੱਸ ਬੈਠੇ। ਉਹ ਕਹਿਣ ਲੱਗੇ ਜੀ ਗੱਲ ਇਉਂ ਹੈ ਵੀ ਸਾਡੇ ਜਿਹੜੇ ਕੇਸ ਹਨ, ਇਹਨਾਂ ਕੇਸਾਂ ਦੇ ਨਾਲ ਸਾਡੇ ਅੰਦਰ ਜਿਹੜੀ ਉਹ ਸ਼ਕਤੀ ਹੈ ਉਹ ਇਕੱਠੀ ਰਹਿੰਦੀ ਹੈ। ਜਦੋਂ ਅਸੀਂ ਮੰਤਰ ਪੜ੍ਹਦੇ ਹਾਂ ਉਹ ਸ਼ਕਤੀ ਪੈਦਾ ਹੋ ਜਾਂਦੀ ਹੈ, ਤੇ ਇਸ ਕਰਕੇ ਕੇਸਾਂ ਤੋਂ ਬਿਨਾਂ ਜੇ ਕੋਈ ਹੋਵੇ ਉਹਦਾ ਮੰਤਰ ਫੁਰਦਾ ਨਹੀਂ। ਦਸਮ ਦੀ ਬਾਣੀ 'ਚ ਪੰਕਤੀ ਆਉਂਦੀ ਹੈ, ਸਿਖਾਹੀਨ ਕੋਈ ਫੁਰੈ ਨਾ ਮੰਤਰਾ, ਕੇਸਾਂ ਤੋਂ ਬਿਨਾਂ ਮੰਤਰ ਨਹੀਂ ਫੁਰਦਾ। ਤਾਂ ਉਸ ਰਾਜੇ ਨੰਦ ਵੰਸ਼ ਦੇ ਰਾਜੇ ਨੇ ਸਾਰੇ ਬ੍ਰਾਹਮਣ ਫੜ ਲਏ, ਜ਼ਬਰਦਸਤੀ ਫੜ ਕੇ ਜਿਹੜੇ ਵੇਦ ਪਾਠੀ ਸਨ ਉਹਨਾਂ ਦੇ ਕੇਸ ਸਿਰ ਮੂੰਹ ਮੁੰਨ ਦਿੱਤੇ। ਜਦੋਂ ਸਿਰ ਮੂੰਹ ਮੁੰਨ ਦਿੱਤੇ, ਪੰਡਤਾਂ ਨੂੰ ਬੜੀ ਔਖਿਆਈ ਹੋਈ, ਕਿਉਂਕਿ ਉਸ ਤੋਂ 3000 ਸਾਲ ਪਹਿਲਾਂ ਜਿਹੜੇ ਗ੍ਰੰਥ ਲਿਖੇ ਗਏ ਸਨ, ਮਨੂ ਸਿਮਰਤੀ ਆਦਿਕ, ਉਹਨਾਂ ਵਿੱਚ ਇਹ ਵਿਧਾਨ ਬਣਿਆ ਹੋਇਆ ਸੀ ਵੀ ਕੋਈ ਬ੍ਰਾਹਮਣ ਕਿਸੇ ਦੂਸਰੇ ਬ੍ਰਾਹਮਣ ਦਾ ਕਤਲ ਕਰ ਦੇਵੇ। ਵੈਸੇ ਕਿਸੇ ਬ੍ਰਾਹਮਣ ਨੂੰ ਕਤਲ ਕਰਨਾ ਬੱਜਰ ਪਾਪ ਹੈ। ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ, 4 ਬੱਜਰ ਪਾਪ ਨੇ ਸਨਾਤਨ ਧਰਮ। ਜਿਵੇਂ 4 ਬੱਜਰ ਕੁਰੈਤਾਂ ਸਿੱਖਾਂ 'ਚ ਨੇ ਨਾ, 4 ਬੱਜਰ ਕੁਰੈਤਾਂ ਹਿੰਦੂਆਂ ਵਿੱਚ ਵੀ ਨੇ। ਉਹਨਾਂ 'ਚ ਪਹਿਲੀ ਬੱਜਰ ਕੁਰੈਤ ਹੈ ਬ੍ਰਾਹਮਣ ਦੀ ਹੱਤਿਆ ਕਰਨੀ, ਦੂਸਰੀ ਬੱਜਰ ਕੁਰੈਤ ਹੈ ਗਊ ਦੀ ਹੱਤਿਆ ਕਰਨੀ, ਤੀਜੀ ਬੱਜਰ ਕੁਰੈਤ ਹੈ ਕਿ ਇੱਕ ਲੜਕੀ ਬੇਟੀ ਦੀ ਹੱਤਿਆ ਕਰਨੀ, ਤੇ ਚੌਥੀ ਕੁਰੈਤ ਹੈ ਵੇਸ਼ਿਆ ਦੀ ਕਮਾਈ ਖਾਣੀ। ਕਿਉਂਕਿ ਜੇ ਤੁਸੀਂ ਬ੍ਰਾਹਮਣ ਨੂੰ ਮਾਰ ਦਿਓਗੇ, ਬੜਾ ਵਿਚਾਰਾ ਮਿਹਨਤ ਨਾਲ ਵੇਦ ਸ਼ਾਸਤਰ ਪੜ੍ਹ ਕੇ ਇੱਕ ਵਿਦਵਾਨ ਬਣਿਆ, ਉਹਨੂੰ ਕੋਈ ਮਾਰ ਦੇਵੇ, ਐਡੀ ਮਿਹਨਤ ਟੀਚਰਾਂ ਦੀ ਉਸਤਾਦਾਂ ਦੀ ਸਾਰੀ ਬਿਰਥੀ ਗਈ। ਜੇ ਤੁਸੀਂ ਬ੍ਰਾਹਮਣ ਨੂੰ ਮਾਰਦੇ ਹੋ, ਬਹੁਤ ਘਾਟਾ ਪੂਰੇ ਦੇਸ਼ ਨੂੰ ਪੈਂਦਾ, ਵਿਦਵਾਨ ਮਰਨ ਦਾ ਘਾਟਾ ਸਾਰੀ ਕੌਮ ਨੂੰ ਹੁੰਦਾ ਹੈ। ਸੋ ਇਸ ਕਰਕੇ ਬ੍ਰਾਹਮਣ ਨੂੰ ਨਹੀਂ ਮਾਰਨਾ। ਫਿਰ ਸਵਾਲ ਅੱਗੇ ਇਹ ਆਇਆ ਸੀਗਾ ਵੀ ਜੇ ਬ੍ਰਾਹਮਣ ਹੀ ਕਿਸੇ ਬ੍ਰਾਹਮਣ ਦਾ ਕਤਲ ਕਰ ਦੇਵੇ, ਬ੍ਰਾਹਮਣ ਕੋਈ ਇਹੋ ਜਿਹਾ ਕੰਮ ਕਰ ਦੇਵੇ ਵੀ ਉਹਨੂੰ ਮਾਰਨਾ ਹੀ ਪੈ ਜਾਏ, ਜੇ ਬ੍ਰਾਹਮਣ ਨੂੰ ਮਾਰੇ ਤੋਂ ਬਿਨਾਂ ਨਹੀਂ ਸਰਦਾ, ਉਹਨੂੰ ਮਾਰਨਾ ਪੈਣਾ, ਫਾਂਸੀ ਤੇ ਉਹਨੇ ਕਤਲ ਕੀਤਾ, ਉਹਨੂੰ ਫਾਂਸੀ ਦੇਣੀ ਪੈਣੀ ਹੈ। ਤਾਂ ਫਿਰ ਕਹਿੰਦੇ ਵੀ ਇਦਾਂ ਕਰੋ, ਉਹਨੂੰ ਜਾਨ ਤੋਂ ਨਾ ਮਾਰੋ, ਇਹੋ ਜਿਹਾ ਕਰ ਦਿਓ ਵੀ ਮਰਿਆ ਵਰਗਾ ਹੋ ਜਾਵੇ। ਉਹ ਕੀ ਤਰੀਕਾ? ਉਹਦੇ ਕੇਸ ਕੱਟ ਦਿਓ। ਕੇਸ ਕੱਟੋਗੇ, ਦਾੜੀ ਮੁੰਨੋਗੇ, ਸਿਰ ਮੁੰਨੋਗੇ, ਉਹ ਸ਼ਰਮ ਦੇ ਨਾਲ ਆਪੇ ਹੀ ਮਰਿਆ ਵਰਗਾ। ਜਾਨ ਨਾਲੋਂ ਮਰਨ ਨਾਲੋਂ ਇਹ ਹੈ ਵੀ ਉਹ ਜਿਉਂਦਾ ਰਹੇਗਾ, ਫਿਰ ਵੀ ਉਹ ਸੁਧਰ ਕੇ ਕੋਈ ਕਿਸੇ ਨੂੰ ਵਿਦਿਆ ਹੀ ਪੜ੍ਹਾ ਦੇਗਾ, ਕੋਈ ਗਿਆਨ ਦੇ ਦੇਗਾ, ਕੋਈ ਨੌਲੇਜ ਉਹਦੀ ਜਿਹੜੀ ਹੈ ਉਹਦੇ ਕੋਲ ਆ ਗਿਆਨ ਹੈ, ਉਹ ਬਚਿਆ ਰਹੇਗਾ। ਇਸ ਕਰਕੇ ਕਾਨੂੰਨ ਨੇ ਇੱਕ ਰਾਹ ਬਣਾਇਆ ਸੀਗਾ। ਪਰ ਜਦੋਂ ਨੰਦ ਰਾਜੇ ਨੇ ਸਾਰਿਆਂ ਦੇ ਕੇਸ ਕੱਟ ਦਿੱਤੇ, ਉਦੋਂ ਬੜੀ ਸਮੱਸਿਆ, ਬ੍ਰਾਹਮਣ ਵਿਚਾਰੇ ਮਰਿਆਂ ਵਰਗੇ ਹੋ ਗਏ। ਸਾਰੇ ਬ੍ਰਾਹਮਣ ਸੋਚਦੇ ਆ ਵੀ ਅਸੀਂ ਤਾਂ ਕੋਈ ਪਾਪ ਨਹੀਂ ਸੀ ਕੀਤਾ, ਪਰ ਹੁਣ ਅਸੀਂ ਕੀ ਕਰੀਏ, ਸਾਰਿਆਂ ਦੇ ਕੇਸ ਮੁੰਨ ਦਿੱਤੇ ਆ। ਤਾਂ ਉਹਨਾਂ ਬ੍ਰਾਹਮਣਾਂ ਨੇ ਫਿਰ ਨਵਾਂ ਕਾਨੂੰਨ ਬਣਾ ਲਿਆ ਭੱਦਣ ਦਾ, ਜਿਹਨੂੰ ਕਹਿੰਦੇ ਆ ਵੀ ਮੁੰਡਨ ਕਰਨਾ। ਫਿਰ ਚੱਲਿਆ ਏ, ਉਹਨਾਂ ਨੇ ਮੁੰਡਨ ਸ਼ੁਰੂ ਕੀਤਾ। ਅੱਜ ਤੋਂ ਕੋਈ 2200 ਸਾਲ ਪਹਿਲਾਂ ਦੀ ਗੱਲ ਹੈ। ਮਹਾਰਾਜ 10ਵੇਂ ਪਾਤਸ਼ਾਹ ਨੇ ਲਿਖੀ ਹੈ ਗੱਲ, ਆਪਣੇ ਬਚਨ ਇਤਿਹਾਸ ਗੁਰ ਪ੍ਰਤਾਪ 'ਚ ਆਉਂਦਾ। 100 ਸਾਖੀ 'ਚ ਵੀ ਇਹ ਬਚਨ ਆਉਂਦਾ ਵੀ ਕੇਸ ਕੱਟਣੇ ਨੰਦ ਰਾਜੇ ਤੋਂ ਸ਼ੁਰੂ ਹੋਏ। ਫਿਰ ਉਹਨਾਂ ਨੇ ਸਿਰ ਮੂੰਹ ਮਨਾ ਲੈਣਾ, ਪਰ ਇੱਕ ਜਿਹੜੀ ਲਿਟ ਹੈ ਨਾ, ਉਹ ਪੂਰੀ ਸਾਬਤੀ ਰੱਖਣੀ। ਬੋਦੀ ਤੋੜ ਤੱਕ ਜਿੰਨੇ ਲੰਮੇ ਹੋਣ, ਭਾਵੇਂ ਉਹ ਕਿਸੇ ਦੇ ਐਡੇ ਕੁ ਹੋਣ, ਭਾਵੇਂ ਐਡੇ ਹੋਣ। ਅਜੇ ਵੀ ਕਦੀ ਬਨਾਰਸ ਜਾਓ ਨਾ, ਉੱਥੇ ਐਡੇ ਲੰਮੀ ਬੋਦੀ ਹੁੰਦੀ ਹੈ ਪੂਰੀ, ਤੇ ਉਹ ਉਹਨੂੰ ਚੋਟੀ ਕਰਕੇ ਪਿੱਛੇ ਬੰਨ੍ਹ ਛੱਡਦੇ ਆ। ਪਰ ਉਹ ਜਿਹੜੇ ਲੰਮੇ ਕੇਸ ਨੇ ਉਹਨਾਂ 'ਚ ਕੋਈ ਕੇਸ ਨਹੀਂ ਕੱਟਦੇ, ਆਲੇ ਦੁਆਲੇ ਦੇ ਕੱਟ ਦਿੰਦੇ। ਫਿਰ ਇਹ ਰਿਵਾਜ ਬਣਾ ਦਿੱਤਾ ਵੀ ਜੇ ਕਿਸੇ ਦਾ ਪਿਓ ਮਰ ਜਾਵੇ ਤੇ ਉਹਦੀ ਥਾਂ ਤੇ ਮੁੰਡਨ ਕਰਾਉਂਦੇ ਆ।
ਫਿਰ ਇਹ ਮੁੰਡਨ ਦਾ ਰਿਵਾਜ ਚੱਲਿਆ। ਸੋ ਖਾਲਸਾ ਜੀ, ਬੋਧੀ ਦਾ ਰਿਵਾਜ ਸੀ ਹਿੰਦੂਆਂ ਵਿੱਚ। ਇਹ ਤਾਂ ਸਾਡੇ ਦੇਖਦਿਆਂ ਦੇਖਦਿਆਂ ਹਿੰਦੂ ਜਿਹੜੇ ਬੋਧੀ ਤੋਂ ਵੀ ਹੁਣ ਜਵਾਬ ਦਿੰਦੇ ਜਾਂਦੇ। ਅੱਜ ਤੋਂ 30 ਕੁ ਸਾਲ ਪਹਿਲਾਂ ਅਸੀਂ ਬਹੁਤ ਦੇਖਿਆ ਵੀ ਬੋਧੀ ਵਾਲੇ ਹਿੰਦੂ ਲਗਭਗ ਮਿਲਦੇ ਸਨ, ਤੇ ਬੋਧੀ ਦਾ ਮੂਲ ਸੀ ਸਾਰੇ ਕੇਸ ਸਾਬਤ ਸੂਰਤ। ਅਸਲੀਅਤ ਇਹ ਸੀ ਕਿ ਪਹਿਲਾਂ ਸਾਰੇ ਕੇਸਾਧਾਰੀ ਸਨ। ਕਲਗੀਧਰ ਪਾਤਸ਼ਾਹ ਨੇ ਉਹ ਪੁਰਾਤਨ ਸਰੂਪ ਜਿਹੜਾ ਸੀ ਮਹਾਂਪੁਰਸ਼ਾਂ ਦਾ, ਰਿਸ਼ੀਆਂ ਮੁਨੀਆਂ ਯੋਧਿਆਂ ਦਾ, ਉਹ ਖਾਲਸੇ ਪੰਥ ਨੂੰ ਦੇ ਕੇ ਪੰਥ ਨੂੰ ਸੁਰਜੀਤ ਕੀਤਾ ਤੇ ਚੜ੍ਹਦੀਆਂ ਕਲਾਂ ਵਾਲੇ ਗੁਣ ਦਿੱਤੇ। ਸੋ ਅੱਜ ਜਦੋਂ ਜਲੰਧਰ 'ਚ ਸਿੰਘ ਬੜੇ ਹਨ ਤਾਂ ਜਿਨ੍ਹਾਂ ਦੇ ਹਿੰਦੂਆਂ ਦੇ ਬੋਧੀਆਂ ਵੇਖੀਆਂ ਉਹਨਾਂ ਨੂੰ ਛੱਡ ਦਿੱਤਾ, ਬਾਕੀ ਪਠਾਨ ਸਾਰੇ ਝਟਕ ਦਿੱਤੇ। ਬਿਨ ਬੋਧੀ ਤਿਸ ਦੇਵੈ ਕਾਟ। ਜਿਹੜਾ ਬੋਧੀ ਦਿਖਾ ਦੇਵੇ ਮੇਰੀ ਬੋਧੀ ਆ ਉਹਨੂੰ ਛੱਡ ਦਿੰਦੇ ਆ, ਜਿਹਦੇ ਬੋਧੀ ਨਹੀਂ ਹੁੰਦੀ ਉਹਨੂੰ ਝਟਕ ਦਿੰਦੇ ਆ। ਦੋਹਰਾ ਬੜ ਭਾਗ ਸਿੰਘ ਥੀ ਜਿਮ ਕਹੀ ਸੋਈ ਖਾਲਸੇ ਕੀਨ। ਜੋ ਸੋਢੀ ਵਡਭਾਗ ਸਿੰਘ ਨੇ ਕਿਹਾ ਸੀ ਵੀ ਮੈਂ ਜਲੰਧਰ ਨੂੰ ਨਹੀਂ ਛੱਡਣਾ, ਜਲੰਧਰ ਸ਼ਹਿਰ ਦੇ ਪਠਾਨਾਂ ਨੇ ਮੇਰੇ ਤੇ ਬੜੇ ਗੁਰਦੁਆਰੇ ਥੰਮ ਸਾਹਿਬ ਤੇ ਜ਼ੁਲਮ ਢਾਏ, ਔਰ ਸਭ ਤੋਂ ਵੱਡਾ ਉਹਨੇ ਧੀਆਂ ਭੈਣਾਂ ਦੀ ਜੋ ਬੇਅਦਬੀ ਕੀਤੀ, ਗਊਆਂ ਮਾਰੀਆਂ ਦਰਬਾਰ ਦੇ ਵਿੱਚ। ਥੰਮ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਸਮੇਂ ਦਾ ਥੰਮ ਸੀਗਾ। ਕਹਿੰਦੇ ਜਦੋਂ ਕਰਤਾਰਪੁਰ ਸਾਹਿਬ ਗੁਰਦੁਆਰਾ ਬਣ ਰਿਹਾ ਸੀ, ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਬਣਾ ਰਹੇ ਸਨ, ਉਦੋਂ ਟਾਹਲੀ ਵੱਢਣ ਵਾਸਤੇ, ਥੰਮ ਲੈਣ ਵਾਸਤੇ ਸੰਗਤਾਂ ਗਈਆਂ। ਜਦੋਂ ਟਾਹਲੀ ਨੂੰ ਹੱਥ ਪਾਇਆ ਤੇ ਉਹਦੇ ਵਿੱਚੋਂ ਕੋਈ ਰੂਹ ਬੋਲੀ। ਅਸਲ 'ਚ ਟਾਹਲੀ ਦੇ ਉੱਤੇ ਕੋਈ ਆਤਮਾ ਐਸੀ ਰਹਿੰਦੀ ਸੀ ਜਿਹੜੀ ਸਦੀਆਂ ਤੋਂ ਉੱਥੇ ਉਹਦੀ ਮਾਨਤਾ ਹੁੰਦੀ ਸੀ, ਪੂਜਾ ਹੁੰਦੀ ਸੀ। ਤੇ ਉਹ ਰੂਹ ਬੋਲੀ। ਮਹਾਰਾਜ ਗੁਰੂ ਕੇ ਸਿੱਖਾਂ ਨੂੰ ਕਿਹਾ ਵੀ ਮਹਾਰਾਜ ਨੂੰ ਪੁੱਛੋ ਵੀ ਕਿਸੇ ਦਾ ਘਰ ਕਿਉਂ ਢਾਂਦੇ ਹੋ, ਮੇਰੀ ਇੱਥੇ ਮਾਨਤਾ ਹੁੰਦੀ ਹੈ, ਮੈਂ ਇੱਥੇ ਰਹਿੰਦਾ, ਤੇ ਮੇਰਾ ਘਰ ਨਾ ਢਾਓ। ਸਿੱਖ ਵਾਪਸ ਆ ਗਏ। ਪੰਜਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਉਸ ਟਾਹਲੀ ਦੇ ਵਿੱਚ ਕੋਈ ਰੂਹ ਹੈ ਜਿਹੜੀ ਬੋਲਦੀ ਹੈ ਤੇ ਉਹਨੂੰ ਵੱਢਣਾ ਔਖਾ ਹੈ। ਸਤਿਗੁਰੂ ਆਪ ਚੱਲ ਕੇ ਗਏ ਪੰਜਵੇਂ ਪਾਤਸ਼ਾਹ, ਜਾ ਕੇ ਉਹ ਜਿਹੜੀ ਰੂਹ ਸੀ ਉਹਦੇ ਨਾਲ ਬਚਨ ਕੀਤਾ। ਕਹਿਣ ਲੱਗੇ ਭਾਈ ਤੂੰ ਆਪਣੀ ਮਾਨਤਾ ਕਰਵਾਉਣੀ ਚਾਹੁੰਦਾ ਨਾ, ਅਸੀਂ ਤੇਰਾ ਭਲਾ ਕਰ ਦਿਆਂਗੇ, ਤੇਰੀ ਆਤਮਾ ਦਾ ਉਧਾਰ ਹੋ ਜਾਏਗਾ, ਔਰ ਇਹ ਤੇਰੀ ਟਾਹਲੀ ਦਾ ਥੰਮ ਗੁਰੂ ਘਰ ਦੇ ਵਿੱਚ ਲੱਗੇਗਾ, ਸੰਗਤਾਂ ਦਰਸ਼ਨ ਕਰਿਆ ਕਰਨੀ, ਉੱਥੇ ਵੀ ਮਾਨਤਾ ਹੋਇਆ ਕਰੇਗੀ। ਉਹ ਥੰਮ ਵੱਢ ਕੇ ਲਿਆ ਕੇ, ਉਹ ਟਾਹਲੀ ਵੱਢ ਕੇ ਥੰਮ ਬਣਾ ਕੇ ਗੁਰਦੁਆਰਾ ਥੰਮ ਸਾਹਿਬ ਦੇ ਵਿੱਚ ਲਾਇਆ ਹੋਇਆ ਸੀਗਾ। ਤੇ ਜਦੋਂ ਗੁਰੂ ਸਾਹਿਬ ਜੀ ਤੋਂ ਬਾਅਦ ਸੰਗਤਾਂ ਉਹ ਥੰਮ ਦਾ ਦਰਸ਼ਨ ਕਰਦੀਆਂ ਸਨ, ਇਸ ਕਰਕੇ ਉਸ ਜਗ੍ਹਾ ਦਾ ਨਾਮ ਹੀ ਥੰਮ ਸਾਹਿਬ ਪੈ ਗਿਆ ਸੀ। ਤੇ ਉਹ ਲੱਕੜ ਦਾ ਜਿਹੜਾ ਥੰਮ ਸੀਗਾ ਉਹਨੂੰ ਨਾਸਰ ਅਲੀ ਜਲੰਧਰ ਦੇ ਸੂਬੇਦਾਰ ਨੇ ਅੱਗ ਲਾ ਕੇ ਸਾੜਿਆ ਸੀ ਵੀ ਇਹ ਥੰਮ ਦੀ ਪੂਜਾ ਹੁੰਦੀ ਹੈ, ਇਹਦਾ ਸਤਿਕਾਰ ਹੁੰਦਾ। ਸੋ ਸਤਿਗੁਰੂ ਪਾਤਸ਼ਾਹ ਦੇ ਥੰਮ ਨੂੰ ਸਾੜਨ ਦਾ ਗੁੱਸਾ ਵੀ ਵਡਭਾਗ ਸਿੰਘ ਦੇ ਮਨ ਵਿੱਚ ਸੀ। ਇਸ ਕਰਕੇ ਉਹਨੇ ਕਿਹਾ ਵੀ ਛੱਡਣੇ ਨਹੀਂ ਜਲੰਧਰ ਦੇ ਪਠਾਨ। ਗੋਰੋ ਕੱਢ ਨਾਸਰ ਅਲੀ ਤੇ ਮੈਂ ਸੂਰਮੁਖ ਦੀਨਾ। ਤੇ ਨਾਸਰ ਅਲੀ ਨੇ ਗਊਆਂ ਮਾਰੀਆਂ ਸਨ ਗੁਰਦੁਆਰੇ ਵਿੱਚ, ਉਹਦੀ ਕਬਰ 'ਚ ਲਾਸ਼ ਪਈ, ਮਰ ਚੁੱਕਾ ਸੀ। ਨਾਸਰ ਅਲੀ ਮਰ ਗਿਆ। ਵਡਭਾਗ ਸਿੰਘ ਨੇ ਕਬਰ 'ਚੋਂ ਕੱਢੀ ਲਾਸ਼ ਤੇ ਸੂਰ ਦਾ ਡਲਾ ਉਹਦੇ ਮੂੰਹ 'ਚ ਪਾਇਆ, ਵੀ ਤਾਂ ਕਿ ਜਿਵੇਂ ਗੁਰੂ ਕੇ ਸਿੱਖਾਂ ਨੂੰ ਗਊਆਂ ਦਾ ਮਾਸ ਇਹਨੇ ਖਵਾਇਆ ਨਾ, ਉੱਦਾਂ ਇਹਨੂੰ ਵੀ ਤੁਰਕ ਨੂੰ ਪਤਾ ਲੱਗੇ ਵੀ ਕਿਸੇ ਦਾ ਧਰਮ ਕਿਵੇਂ ਤੋੜੀਦਾ ਹੈ। ਕਿਉਂਕਿ ਜਦੋਂ ਕਿਸੇ ਦਾ ਧਰਮ ਤੋੜਨੀ ਉਦੋਂ ਤੇ ਬੰਦੇ ਨੂੰ ਪਤਾ ਨਹੀਂ, ਜਦੋਂ ਆਪਣੇ ਦੇ ਪੈਂਦੀ ਫਿਰ ਪਤਾ ਲੱਗਦਾ। ਤੇ ਹੱਥਾਂ ਬਾਝ ਕਰਾ ਰਿਆਂ ਵੈਰੀ ਹੋਣ ਦਾ ਮਿੱਤ, ਇਹਦਾ ਰਾਜਨੀਤੀ ਦਾ। ਜੇ ਸਾਧ ਸੰਗਤ ਜੀ ਹੱਥ ਜੋੜਿਆ ਕੰਮ ਬਣ ਜਾਂਦਾ, ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਮੀਰੀ ਪੀਰੀ ਦੀ ਤੇਗਾਂ ਪਾਉਣ ਦੀ ਕੀ ਲੋੜ ਸੀ। ਜੇ ਹੱਥ ਜੋੜਿਆ ਕੰਮ ਬਣ ਜਾਂਦਾ ਤੇ ਸਤਿਗੁਰੂ ਕਲਗੀਧਰ ਜੀ ਨੂੰ ਤੇਗਾਂ ਸਜਾ ਕੇ ਖਾਲਸਾ ਸਾਜਣ ਦੀ ਕੀ ਲੋੜ ਸੀ। ਸੋ ਇਹੋ ਜਿਹੇ ਵੈਰੀ ਜਿਹੜੇ ਨੇ ਇਸੇ ਤਰ੍ਹਾਂ ਹੀ ਕਾਬੂ ਆਉਂਦੇ ਨੇ। ਇਹ ਨਾ ਸਮਝੋ ਕਿ ਸਿੰਘ ਨਿਰਦਈ ਸਨ, ਕਿਸੇ ਬੇਗੁਨਾਹ ਤੇ ਖਾਲਸਾ ਹੱਥ ਨਹੀਂ ਚੁੱਕਦਾ, ਪਰ ਗੁਨਾਹਗਾਰ ਨੂੰ ਬਖਸ਼ਣਾ ਵੀ ਇੱਕ ਗੁਨਾਹ ਹੁੰਦਾ ਹੈ। ਇਸ ਕਰਕੇ ਸਾਧ ਸੰਗਤ ਜੀ ਨਾਸਰ ਅਲੀ ਦੀ ਕਬਰ 'ਚੋਂ ਲਾਸ਼ ਕੱਢ ਕੇ ਸੋਢੀ ਵਡਭਾਗ ਸਿੰਘ ਹੋਰਾਂ ਨੇ ਉਹਦੇ ਮੂੰਹ 'ਚ ਸੂਰ ਦਾ ਡਲਾ ਪਾਇਆ ਤੇ ਉਸ ਤੋਂ ਬਾਅਦ ਉਹਦੀ ਲਾਸ਼ ਨੂੰ ਅੱਗ ਲਾ ਕੇ ਸਾੜਿਆ। ਹਾਂਜੀ। ਚੌਪਈ ਮੁਗਲ ਪਠਾਨੀ ਸਿੱਖ ਸੈਦਾਨੀ। ਮੁਗਲਾਣੀਆਂ ਪਠਾਣੀਆਂ ਜਿਹੜੀਆਂ ਉੱਥੇ ਸ਼ਹੀਦਾਨੀਆਂ, ਉਹਨਾਂ ਦੀਆਂ ਬੇਗਮਾਂ ਸਨ। ਫੜ ਰੰਗੇਟਨ ਸੋਵਾਨੀ। ਉਹ ਰੰਗਰੇਟੇ ਸਿੰਘ ਲੈ ਕੇ ਫੜ ਕੇ। ਸਰੂਪ ਸਿੰਘ ਇੱਕ ਬ੍ਰਾਹਮਣ ਸਿੰਘ। ਉਹਨਾਂ ਵਿੱਚੋਂ ਇੱਕ ਬ੍ਰਾਹਮਣ ਸਿੱਖ ਸੀਗਾ, ਸਰੂਪ ਸਿੰਘ ਉਹਦਾ ਨਾਮ ਸੀ। ਚਨਾਰ ਥਲੇ ਮੋ ਜਨਮਿਓ ਦੇਖ। ਉਹ ਚਨਾਰਥਲ ਦਾ ਰਹਿਣ ਵਾਲਾ ਸੀ, ਚਨਾਰਥਲ ਜਿਹਦਾ ਜਨਮ ਸੀਗਾ। ਵਡਭਾਗ ਸਿੰਘ ਜੀ ਥੀ ਓ ਕਹੀ। ਬਾਬੇ ਵਡਭਾਗ ਸਿੰਘ ਨੇ ਉਹਨੂੰ ਵੀ ਕਿਹਾ ਸੀ ਜਲੰਧਰੋਂ ਤੁਰਕਨੀ ਰੱਖੋ ਸਿੱਖ ਸਹੀ। ਉਹ ਜਿਹੜੀਆਂ
ਤੁਰਕਣੀਆਂ ਪਠਾਣੀਆਂ ਰੰਡੀਆਂ ਹੋ ਗਈਆਂ ਨਾ, ਉਹ ਬਾਬਾ ਵਡਭਾਗ ਸਿੰਘ ਜੀ ਕੋਲ ਆਈਆਂ, ਕਹਿੰਦੇ ਅਸੀਂ ਕਿੱਥੇ ਜਾਈਏ। ਤੇ ਬਾਬਾ ਜੀ ਕਹਿੰਦੇ ਵੀ ਸਿੰਘਾਂ ਦੇ ਘਰਾਂ 'ਚ ਪਾ ਦਿਓ। ਸਿੰਘ ਕਹਿੰਦੇ ਜੀ ਅਸੀਂ ਤੁਰਕਣੀਆਂ ਦਾ ਸੰਗ ਨਹੀਂ ਕਰਦੇ, ਮਹਾਰਾਜ ਦਾ ਹੁਕਮ ਹੈ। ਤੇ ਬਾਬਾ ਵਡਭਾਗ ਸਿੰਘ ਕਹਿੰਦਾ ਵੀ ਇਹ ਮੇਰਾ ਹੁਕਮ ਇਹ ਹੈ ਵੀ ਇੱਥੇ ਜਿਹੜਾ ਕੋਈ ਤੁਰਕਣੀ ਨੂੰ ਅੰਗੀਕਾਰ ਕਰੇਗਾ ਉਹਨੂੰ ਪਾਪ ਨਹੀਂ ਲੱਗੇਗਾ, ਅੰਮ੍ਰਿਤ ਛਕਾ ਲਓ ਤੇ ਇਹਨਾਂ ਨੂੰ ਘਰਾਂ 'ਚ ਪਾ ਲਓ। ਜਲੰਧਰੋਂ ਤੁਰਕਣੀ ਸਿੱਖ ਰਖੇ ਜੋ, ਜਿਹੜਾ ਜਲੰਧਰ ਦੀਆਂ ਤੁਰਕਣੀਆਂ ਰੱਖੇਗਾ ਸਿੱਖ, ਇੱਥੇ ਉੱਥੇ ਮੈਂ ਵਾਲੀ ਹੋਊ। ਉਹਦਾ ਮੈਂ ਜ਼ਿੰਮੇਵਾਰ ਹਾਂ ਇੱਥੇ, ਉੱਥੇ ਗੁਰੂ ਸਾਹਿਬ ਬਖਸ਼ ਦੇਣਗੇ, ਕਿਉਂਕਿ ਇਹਨਾਂ ਦਾ ਹੁਣ ਕੋਈ ਵਾਲੀ ਵਾਰਸ ਰਿਹਾ ਨਹੀਂ ਹੈ। ਦੋਹਰਾ ਡੇਰਾ ਲਾਇਓ ਭਾਦ ਸੋ, ਸਭ ਸਿੱਖ ਮੈਂ ਤਿਸ ਆਣ। ਸੋ ਸਾਧ ਸੰਗਤ ਜੀ, ਉੱਥੇ ਜਿਹੜੇ ਸਿੰਘ ਸਨ ਉਹਨਾਂ ਸਿੰਘਾਂ ਨੇ ਜਵਾਬ ਦੇ ਦਿੱਤਾ ਸੀਗਾ ਵੀ ਅਸੀਂ ਤੁਰਕਣੀਆਂ ਅੰਗੀਕਾਰ ਨਹੀਂ ਕਰਨੀਆਂ। ਕੁਝ ਸਿੰਘਾਂ ਨੇ ਅੰਗੀਕਾਰ ਕੀਤੀਆਂ ਜਿਨ੍ਹਾਂ ਨੂੰ ਅਸੀਂ ਮਜ਼੍ਹਬੀ ਸਿੰਘ ਕਹਿ ਦਿੰਦੇ ਹਾਂ। ਮਜ਼੍ਹਬ ਦੀਆਂ ਤੁਰਕਣੀਆਂ ਰੱਖਣ ਕਰਕੇ ਉਹ ਮਜ਼੍ਹਬੀ ਪਦ ਉਹਨਾਂ ਸਿੰਘਾਂ ਨਾਲ ਜੁੜਿਆ ਸੀਗਾ। ਇਹ ਗੱਲ ਬਹੁਤ, ਕਈ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਸਮੇਂ ਨਾਲ ਸਮਝਾਉਣੀਆਂ ਵੀ ਪੈਂਦੀਆਂ, ਪਰ ਵਿਵਾਦ ਦਾ ਵਿਸ਼ਾ ਨਹੀਂ ਹੁੰਦਾ ਇਹ, ਕਿਉਂਕਿ ਪੁਰਾਤਨ ਸਮੇਂ ਕਈ ਸਮੇਂ ਆਏ, ਵਾਧੇ ਘਾਟੇ ਹੁੰਦੇ ਰਹੇ। ਉਹ ਮੁਸੀਬਤਾਂ ਦਾ ਸਮਾਂ ਸੀ, ਜਿਹੋ ਜਿਹਾ ਸਮਾਂ ਹੋਵੇ ਉਹੋ ਜਿਹਾ ਫਿਰ ਉਹਦਾ ਵਰਤਾਰਾ ਕਰਨਾ ਪੈਂਦਾ ਹੈ। ਹਾਂਜੀ। ਬਚਨ ਮੰਨਿਓ ਉਹਨੋਂ ਗੁਰੂ ਕੋ, ਤਨ ਸਿੱਖ ਸਉ ਜਾਣ। ਉਹਨਾਂ ਨੇ ਬਾਬੇ ਵਡਭਾਗ ਸਿੰਘ ਦਾ ਬਚਨ ਮੰਨ ਲਿਆ। ਦੂਜੇ ਜਿਹੜੇ ਸਿੰਘ ਗੁਰੂ ਦੇ ਬਚਨ ਮੰਨਣ ਵਾਲੇ ਸਨ ਉਹ ਵੀ ਧਨ ਹਨ। ਸੋ ਭਾਈ ਇਹੋ ਜਿਹਾ ਉਸ ਵੇਲੇ ਸਮਾਂ ਬਣਿਆ ਸੀ। ਦੀਨਾ ਬਿਗ ਤਬ ਆਇਓ, ਲੈ ਰੁਪਈਏ ਲੱਖ। ਦੀਨਾ ਵੇ 1 ਲੱਖ ਰੁਪਈਆ ਲੈ ਕੇ ਬਾਬੇ ਵਡਭਾਗ ਸਿੰਘ ਜੀ ਦੇ ਕੋਲ ਆਇਆ। ਕੜਾ ਲਿਆਇਓ 1000 ਕੋ, ਦਿਓ ਆਗੇ ਖਾਲਸੇ ਰਾਖ। ਉਹਨੇ 1000 ਰੁਪਈਏ ਕੜਾਹ ਪ੍ਰਸ਼ਾਦ ਦੀ ਦੇਗ ਲਿਆ ਕੇ, ਤੇ ਜੇ ਦੇਗ ਦੀ ਮਾਇਆ, ਕਿਉਂਕਿ ਸਿੰਘਾਂ ਦੀ ਦੇਗ ਬਣਾਉਣ ਦੀ ਮਰਿਆਦਾ ਤਾਂ ਖਾਲਸੇ ਨੂੰ ਹੀ ਪਤਾ ਸੀਗੀ, ਇਸ ਕਰਕੇ 1000 ਰੁਪਈਏ ਕੜਾਹ ਪ੍ਰਸ਼ਾਦ ਵਾਸਤੇ ਤੇ 1 ਲੱਖ ਰੁਪਈਆ ਸਿੰਘਾਂ ਦਾ ਖਰਚਾ ਪਾਣੀ ਉਹ ਲੈ ਕੇ ਦੀਨਾ ਬੇਗ ਪੰਥ ਦੀ ਸ਼ਰਨ ਆਇਆ। ਚੌਪਈ ਪੈਸੇ ਸੌਂਪੇ ਸਿਆਮ ਸਿੰਘ ਪਾਸ। ਉਸ ਵੇਲੇ ਉਹ ਸਾਰੇ ਪੈਸੇ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲਿਆਂ ਨੂੰ ਦੇ ਦਿੱਤੇ। ਕੜਾ ਵਰਤਾਇਓ ਕਰ ਅਰਦਾਸ। 1000 ਰੁਪਈਏ ਦੀ ਦੇ ਕੜਾਹ ਪ੍ਰਸ਼ਾਦ ਦੀ ਦੇ ਕਰਕੇ ਅਰਦਾਸਾ ਕਰਕੇ ਖਾਲਸੇ ਨੇ ਵਰਤਾਇਆ। ਨਵਾਬ ਕੜਾ ਜਬ ਮੁਖ ਮੈਂ ਪਾਇਓ। ਜਦੋਂ ਅਦੀਨਾ ਬੇਗ ਨਵਾਬ ਦੇ ਮੂੰਹ ਵਿੱਚ ਉਹਨੇ ਦੇਗ ਲਈ ਕੜਾਹ ਪ੍ਰਸ਼ਾਦ ਦੀ, ਤੇ ਦੇਗ ਮਹਾਰਾਜ ਦੀ ਮੂੰਹ ਚ ਪਾਈ। ਧੰਨ ਨਾਨਕ ਗੁਰ ਉਨੇ ਅਲਾਇਓ। ਦੀਨਾ ਬੇਗ ਕਹਿਣ ਲੱਗਾ, ਧੰਨ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਨੇ ਆ ਦੇਗ ਸਾਡੇ ਵਾਸਤੇ ਬਣਾ ਕੇ ਭੇਜੀ ਹੈ। ਹਮਸੇ ਬੁੱਢਣ ਕੋਈ ਹੈ ਖਾਣਾ। ਕਹਿੰਦਾ ਮੇਰੇ ਵਰਗੇ ਬੁੱਢਿਆਂ ਬੰਦਿਆਂ ਦਾ ਇਹ ਖਾਣਾ ਹੈ, ਜਿਹਦੇ ਦੰਦ ਨਾ ਹੋਣ ਉਹਨੂੰ ਕੜਾਹ ਪ੍ਰਸ਼ਾਦ ਬੜਾ ਫਿੱਟ ਰਹਿੰਦਾ। ਸਾਧ ਸੰਗਤ ਜੀ, ਇੱਕ ਗੱਲ ਇਹ ਵੀ ਹੈ ਕਿ ਕੜਾਹ ਪ੍ਰਸ਼ਾਦ ਦੇ ਵਿੱਚ ਬੜੀਆਂ ਹੀ ਗੱਲਾਂ ਗੁਪਤ ਹਨ ਜਿਹੜੀਆਂ ਖਾਸ ਮਹੱਤਤਾ ਵਾਲੀਆਂ ਹਨ। ਇਹ ਜੇ ਅੱਜ ਕੱਲ੍ਹ ਤਾਂ ਹੁਣ ਮੇਰੇ ਵਰਗੇ ਵੀ ਕਹਿ ਦਿੰਦੇ ਸਵਾਇਆ ਗੱਫਾ, ਤੇ ਪਹਿਲੀ ਗੱਲ ਹੈ ਜਿੱਦਾਂ ਦੇਗ ਬਣਾਉਣੀ ਚਾਹੀਦੀ ਉੱਦਾਂ ਬਣਦੀ ਨਹੀਂ। ਤੇ ਪੁਰਾਤਨ ਸਿੰਘ, ਹੁਣ ਆਪਾਂ 30 ਸਾਲ ਪਿੱਛੇ ਹੱਥ ਮਾਰ, ਜਦੋਂ ਨਿਆਣੇ ਹੁੰਦੇ ਸੀ ਤੇ ਥੱਲੇ ਦਰੀ ਤੇ ਹੱਥ ਮਾਰ ਕੇ ਨਾ ਤੇ ਦੋਹਰਾ ਗੱਫਾ, ਤੇ ਕਈ ਵਾਰੀ 13 ਵੀ ਲੈ ਜਾਣਾ ਹੱਥ ਧੋ ਕੇ ਨਿਆਣਿਆਂ ਨੇ। ਸਵਾਦ ਹੀ ਬੜਾ ਲੱਗਦਾ ਸੀ ਕੜਾਹ ਪ੍ਰਸ਼ਾਦ। ਵਾਹਿਗੁਰੂ। ਤੇ ਕੜਾਹ ਪ੍ਰਸ਼ਾਦ ਦੀ ਜਿਹੜੀ ਦੇਗ ਸੀ ਉਹਦੇ ਵਿੱਚ ਗੱਲ ਇਹ, ਮਹਾਰਾਜ ਸੱਚੇ ਪਾਤਸ਼ਾਹ ਬੜੀਆਂ ਹੀ ਕਲਾ ਰੱਖੀਆਂ ਹੋਈਆਂ। ਕੀ ਹੈ ਕਿ ਜਿਹੜਾ ਅੰਨ ਹੈ, ਆਟਾ, ਮੇਨ ਜਿਹੜੀ ਸਾਡੀ ਖੁਰਾਕ ਹੈ ਪ੍ਰਸ਼ਾਦੇ ਦੀ ਆਟੇ ਦੀ ਹੈ, ਉਹਦੇ 'ਚ ਆਟਾ ਵੀ ਪਾਇਆ ਮਹਾਰਾਜ ਨੇ, ਮਿੱਠਾ ਵੀ ਪਾਇਆ ਤੇ ਘਿਓ ਵੀ ਪਾਇਆ ਤੇ ਜਲ ਵੀ ਪਾਇਆ ਤੇ ਅਗਨੀ ਵੀ ਪਾਈ। ਜੇ ਸਹੀ ਮੈਨੇ ਦੇਗ ਬਣੀ ਹੋਵੇ ਤੇ ਸਵੇਰੇ ਅੰਮ੍ਰਿਤ ਵੇਲੇ ਗੱਫਾ ਖੁੱਲ੍ਹਾ ਮਿਲਿਆ ਹੋਵੇ ਧਿਆਵਲ ਦਾ, ਤੇ ਦੁਪਹਿਰ ਤੱਕ ਤੇ ਪ੍ਰਸ਼ਾਦੇ ਦੀ ਲੋੜ ਕੋਈ ਨਹੀਂ ਹੁੰਦੀ, ਤੇ ਕਈਆਂ ਦਾ ਦਿਨ ਹੀ ਟੱਪ ਜਾਂਦਾ ਖੁੱਲ੍ਹਾ ਗੱਫਾ ਦੇਗ ਦਾ। ਹੁਣ ਨਾ ਕੋਈ ਛਕਦਾ ਨਾ ਕੋਈ ਛਕਾਉਂਦਾ। ਪਹਿਲਾਂ ਖੁੱਲ੍ਹੇ ਗੱਫੇ ਮਿਲਦੇ ਸੀ ਦੇਗ ਦੇ। ਕਈ ਵਾਰੀ ਇੰਨਾ ਉਹ ਜਦੋਂ ਦਲਾਂ ਪੰਥਾਂ ਸਵੇਰੇ ਉੱਠਣਾ ਨਾ ਆਸਾ ਦੀ ਵਾਰ ਦੇ ਭੋਗ ਤੇ ਇੱਦਾਂ ਕਰਨਾ, ਤੇ ਉਹ ਉੱਤੋਂ ਸੁੱਟਣਾ ਵਾ ਤੇ ਹੱਥ ਥੱਲੇ ਹੋ ਜਾਣੇ, ਤੇ ਉਹ ਛਕਣਾ। ਫਿਰ ਤੇ ਛਕਿਆ ਉਸ ਤੋਂ ਬਾਅਦ ਰੋਟੀ ਦੀ ਕੀ ਲੋੜ ਰਹਿ ਜਾਂਦੀ ਹੈ। ਸਾਰੀਆਂ ਚੀਜ਼ਾਂ ਇਹਦੇ 'ਚ ਪਾਈਆਂ ਮਹਾਰਾਜ ਨੇ। ਫਿਰ ਜਿਹਦੇ ਦੰਦ ਕੋਈ ਨਾ ਹੋਣ ਉਹਦੇ ਵਾਸਤੇ ਬੜਾ ਸੌਖਾ ਕੰਮ ਹੈ। ਤੋ ਦੀਨਾ ਬੇਗ ਕਹਿੰਦਾ ਬਾਬੇ ਨਾਨਕ ਨੇ ਕਮਾਲ ਕੀਤੀ, ਮੇਰੇ ਵਰਗੇ ਬੁੱਢਿਆਂ ਦਾ ਖਾਣਾ ਬਣਾਇਆ ਬਹੁਤ ਵਧੀਆ।
ਹੈ ਜੈ ਬਿਸ਼ਤੋ ਨਾਨਕ ਜੀ ਆਣਾ। ਇਹ ਬਿਸਤ ਤੋਂ ਲਿਆਂਦਾ ਗੁਰੂ ਨਾਨਕ ਸਾਹਿਬ ਜੀ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਮਹਾਰਾਜ ਬਗਦਾਦ ਚ ਗਏ ਗੁਰੂ ਨਾਨਕ ਸਾਹਿਬ ਜੀ, ਤੇ ਉੱਥੇ ਦਸਤਗੀਰ ਪੀਰ ਨੇ ਸ਼ੰਕਾ ਕੀਤਾ ਵੀ ਪਾਤਾਲਾਂ ਪਾਤਾਲ ਲੱਖ ਆਕਾਸ਼ ਆਕਾਸ਼ ਕਿਵੇਂ ਹੈ। ਤੇ ਮਹਾਰਾਜ ਕਹਿੰਦੇ ਦਿਖਾ ਦਿੰਦੇ ਆ ਤੈਨੂੰ, ਨਾਲ ਚੱਲ। ਉਹ ਡਰ ਗਿਆ, ਕਹਿੰਦਾ ਨਾਲ ਤਾਂ ਮੈਂ ਨਹੀਂ ਜਾਂਦਾ। ਮਹਾਰਾਜ ਕਹਿੰਦੇ ਫਿਰ ਦੇਖੇਗਾ ਕਿਵੇਂ, ਚੱਲੇਗਾ ਤਾਂ ਹੀ ਦਿਖਾਵਾਂਗੇ ਨਾ। ਕਹਿੰਦਾ ਮੇਰੇ ਪੁੱਤਰ ਨੂੰ ਲੈ ਜਾਓ। ਭਾਈ ਗੁਰਦਾਸ ਜੀ ਲਿਖਦੇ, ਨਾਲ ਲੀਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ। ਉਸੇ ਵੇਲੇ ਮਹਾਰਾਜ ਸੱਚ ਲੱਖਾਂ ਆਕਾਸ਼ ਲੱਖਾਂ ਪਤਾਲ ਦਿਖਾ ਲੈ ਗਏ। ਪਾਤਾਲਾਂ ਆਕਾਸ਼ ਲੱਖ ਅੱਖ ਫੁਰਕ ਵੇ ਸਭ ਦਿਖਲਾਈ। ਲੱਖਾਂ ਆਕਾਸ਼ ਲੱਖਾਂ ਪਤਾਲ। ਉਹਨੂੰ ਏਦਾਂ ਲੱਗੇ ਵੀ ਮੈਨੂੰ ਗੁਰੂ ਨਾਨਕ ਸਾਹਿਬ ਨਾਲ ਆਇਆ ਨੂੰ ਬੜੇ ਸਾਲ ਹੋ ਗਏ। ਤੇ ਉਹ ਕਹੇ ਮਹਾਰਾਜ ਵਾਪਸ ਚੱਲੀਏ। ਮਹਾਰਾਜ ਕਹਿੰਦੇ ਕੋਈ ਨਹੀਂ, ਅਜੇ ਤਾਂ ਤੈਨੂੰ ਸੱਚਖੰਡ ਦਿਖਾਣਾ। ਕਹਿੰਦਾ ਮੈਂ ਉਦਾਂ ਹੀ ਕਹਿ ਦਿਆਂਗਾ ਦੇਖਿਆ। ਮਹਾਰਾਜ ਕਹਿੰਦੇ ਐਵੇਂ ਕਿਵੇਂ ਕਹਿ ਦੇਂਗਾ, ਦਿਖਾ ਕੇ ਲੈ ਚੱਲਾਂਗੇ। ਉਹ ਵਿਚਾਰਾ ਕਾਲਾ ਪਿਆ ਹੋਇਆ, ਉਹਨੂੰ ਇਹ ਮਹਿਸੂਸ ਹੋਵੇ ਵੀ ਕਈ ਸਾਲ ਹੋ ਗਏ। ਮਹਾਰਾਜ ਉਹਨੂੰ ਸੱਚਖੰਡ ਵੀ ਲੈ ਗਏ। ਜਦੋਂ ਦਰਬਾਰ ਦੇ ਅਕਾਲ ਪੁਰਖ ਦੇ ਦਰਬਾਰ ਦੇ ਦਰਸ਼ਨ ਹੋਏ, ਉੱਥੋਂ ਕੜਾਹ ਪ੍ਰਸ਼ਾਦ ਦੀ ਧੁਰੋਂ ਪਤਾਲੋਂ ਲਈ ਕੜਾਈ। ਧੁਰ ਦਰਗਾਹ ਤੋਂ ਕੜਾਹ ਪ੍ਰਸ਼ਾਦ ਦਾ ਬਾਟਾ ਮਿਲਿਆ। ਤੇ ਉਹ ਦੇਗ ਲੈ ਕੇ ਮਹਾਰਾਜ ਆਏ। ਤੇ ਉਹ ਅਜੇ ਉੱਥੇ ਹੀ, ਉਹ ਸਾਰਾ ਮੁਸਲਮਾਨ ਜਿੰਨੇ ਸਨ ਬਗਦਾਦ ਦੇ ਉੱਥੇ ਬੈਠੇ, ਤੇ ਪੀਰ ਦਸਤਗੀਰ ਵੀ ਬੈਠਾ ਆ। ਤੇ ਉਹ ਕਹਿੰਦਾ ਬਾਪੂ ਜੀ ਤੁਸੀਂ ਅਜੇ ਇੱਥੇ ਹੀ ਬੈਠੇ ਹੋ। ਉਹ ਕਹਿੰਦਾ ਪੁੱਤਰ ਹੁਣੇ ਤੋਂ ਗਿਆ, ਹੁਣੇ ਆ ਗਏ ਆ, ਤੇ ਇੱਥੇ ਹੀ ਬਹਿਣਾ ਸੀ। ਕਹਿੰਦਾ ਬਾਪੂ ਮੈਨੂੰ ਤੇ ਕਈ ਸਾਲ ਪਤਾਲਾਂ 'ਚ ਲੱਗ ਗਏ, ਕਈ ਸਾਲ ਆਕਾਸ਼ਾਂ 'ਚ ਲੱਗ ਗਏ, ਤੂੰ ਕਹਿੰਦਾ ਹੁਣੇ ਗਿਆ। ਉਹ ਕਹਿੰਦੇ ਪੁੱਤਰ ਤੂੰ ਠੀਕ ਤੇ ਹੈ। ਉਹ ਕਹਿੰਦਾ ਬਾਪੂ ਤੁਸੀਂ ਠੀਕ ਹੋ। ਇੱਕ ਦੂਜੇ ਨੂੰ ਚੁੰਡੀ ਮਾਰ ਕੇ ਵੇਖਦੇ ਆ ਵੀ ਠੀਕ ਤੇ ਹੈਗੇ ਆ ਨਾ। ਪਰ ਉਹ ਖੇਡ ਗੁਰੂ ਨਾਨਕ ਦੀ ਆ। ਇੱਧਰ ਘੜੀਆਂ ਹੋਰ ਹਿਸਾਬ ਨਾਲ ਚੱਲਦੀਆਂ, ਉੱਧਰ ਹੋਰ ਹਿਸਾਬ ਨਾਲ ਚਲੀ ਜਾਂਦੀਆਂ। ਇਹ ਤਾਂ ਗੁਪਤ ਮੰਡਲ ਦੀ ਗੱਲ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਉੱਥੇ ਮਹਾਰਾਜ ਨੇ ਦੇਗ ਕੜਾਹ ਪ੍ਰਸ਼ਾਦ ਦੀ ਵਰਤਾਈ। ਕੋਈ ਪੁੱਛੇ ਨਾ ਵੀ ਦੇਗ ਕਿੱਥੋਂ ਸ਼ੁਰੂ ਹੋਈ ਹੈ ਕੜਾਹ ਪ੍ਰਸ਼ਾਦ ਦੀ। ਸਾਧ ਸੰਗਤ ਜੀ ਸੱਚਖੰਡ ਤੋਂ ਆਈ। ਅਕਾਲ ਪੁਰਖ ਦੇ ਦਰਬਾਰ 'ਚ ਦੇਗ ਵਰਤੀ ਜਾਂਦੀ ਹੈ। ਤੇ ਗੁਰੂ ਸਾਹਿਬ ਜੀ ਪਹਿਲੀ ਪਾਤਸ਼ਾਹੀ ਮਹਾਰਾਜ ਲੈ ਕੇ ਆਏ। ਉਦੋਂ ਤੋਂ ਇਹ ਚੱਲੀ ਆਉਂਦੀ। ਜਿੱਥੇ ਮਹਾਰਾਜ ਜਾਂਦੇ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ ਵਰਤਾਉਂਦੇ। ਦਸਾਂ ਜਾਮਿਆਂ 'ਚ ਵੀ ਵਰਤਾਰਾ ਚੱਲਿਆ, ਹੁਣ ਤੱਕ ਚੱਲਿਆ ਹੁੰਦਾ। ਸੋ ਇਹ ਕੜਾਹ ਪ੍ਰਸ਼ਾਦ ਦੀ ਦੇਗ ਦੀਨਾ ਬੇਗ ਨੇ ਜਦੋਂ ਛਕੀ ਹੈ, ਉਹ ਕਹਿੰਦਾ ਬਾਬੇ ਨਾਨਕ ਬਿਸਤ ਤੋਂ ਸਵਰਗਾਂ ਤੋਂ ਲੈ ਕੇ ਆਏ ਨੇ। 25,000 ਔਰ ਕਰ ਲਿਓ। ਉਹਨੇ 25,000 ਹੋਰ ਉਸ ਵੇਲੇ ਖਾਲਸੇ ਨੂੰ ਭੇਟਾ ਕੀਤਾ। ਦੁਆਬੇ ਟਕਾ 1.25 ਲੱਖ ਦਿਓ। ਦੁਆਬੇ ਵਿੱਚੋਂ ਹਰ ਸਾਲ 1.25 ਲੱਖ ਰੁਪਈਆ ਸਿੱਖਾਂ ਨੂੰ ਮਿਲਿਆ ਕਰੇਗਾ। ਇਹ ਉਹਨੇ ਪੱਕੀ ਗੱਲ ਸਿੰਘਾਂ ਨਾਲ ਨੀਅਤ ਕਰ ਲਈ। ਨਵਾਬ ਦੁਆਬਾ ਲੁੱਟਣੋਂ ਹਟਾਇਆ। ਤੇ ਫੇਰ ਦੀਨਾ ਬੇਗ ਕਹਿਣ ਲੱਗਾ ਬਸ ਕਰੋ ਬਾਬਾ ਜੀ, ਹੁਣ ਸ਼ਹਿਰ ਤੁਸੀਂ ਕਤਲ ਕਰ ਦਿੱਤਾ, ਹੁਣ ਇਲਾਕਾ ਨਾ ਲੁੱਟੋ ਮੇਰਾ, ਕਿਉਂਕਿ ਮੈਂ ਵੀ ਤਾਂ ਇਲਾਕੇ ਵਿੱਚ ਰਾਜ ਕਰਨਾ, ਲੋਕਾਂ ਨੂੰ ਜੋੜ ਕੇ ਰੱਖਣਾ। ਤੇ ਬਸ ਕਰੋ, ਹੁਣ ਜਿਹੜੇ ਪਠਾਨ ਤੁਸੀਂ ਮਾਰਨੇ ਸੀ ਮਾਰ ਲਏ। ਤੇ ਉਹਨੇ ਨੂੰ ਬਾਬੇ ਵਡਭਾਗ ਸਿੰਘ ਉਹਨਾਂ ਦਾ ਗੁੱਸਾ ਵੀ ਠੰਡਾ ਹੋ ਹੀ ਗਿਆ ਸੀਗਾ। ਹਾਂਜੀ, ਸਾਂਝਾ ਖਾਲਸੇ ਸਾਥ ਬਣਾਇਆ। ਦੀਨਾ ਬੇਗ ਨੇ ਖਾਲਸੇ ਨਾਲ ਸਾਂਝ ਪਾ ਲਈ ਕਿ ਜਿਹੜਾ ਦੁਆਬੇ ਦਾ ਇਲਾਕਾ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਫਗਵਾੜਾ, ਫਲੌਰ ਤੱਕ ਜਿੰਨਾ ਬਿਆਸਾ ਦੇ ਤੇ ਸਤਲੁਜ ਦੇ ਵਿਚਕਾਰ ਇਹਨੂੰ ਦੁਆਬਾ ਕਹਿੰਦੇ ਆ। ਇਹ ਸਾਰਾ ਇਲਾਕਾ ਦੀਨਾ ਬੇਗ ਦੇ ਅਧੀਨ ਹੋ ਗਿਆ। 7 ਧਾਰਾਂ ਪਹਾੜ ਦੀਆਂ ਵੀ ਇਹਦੇ ਥੱਲੇ ਆਉਂਦੀਆਂ। ਉਹ ਸਾਰਾ ਇਲਾਕਾ ਸਿੰਘ ਰੱਖਣਗੇ। 1813ਵੇਂ ਸਾਲ 1813ਵਾਂ ਸਾਲ, ਯਾਨੀ ਕਿ 1813 ਬਿਕਰਵੀਂ, ਤੇ ਜਿਹੜਾ ਈਸਵੀ ਹੈ ਉਹ ਸੀਗਾ 1756। ਹਾਂਜੀ, ਐਸੇ ਪਇਓ ਖਾਲਸੇ ਚਾਲ। ਇਸ ਤਰ੍ਹਾਂ ਖਾਲਸੇ ਦਾ ਚਾਲਾ ਵਰਤਿਆ। ਦੁਆਬੇ 'ਚ ਜਲੰਧਰ 'ਚ ਸਿੰਘਾਂ ਨੇ ਦੀਨਾ ਬੇਗ ਦਾ ਰਾਜ ਕਾਇਮ ਕਰ ਲਿਆ। ਦੋਹਰਾ ਮੁਗਲ ਜੋ ਦਿੱਲੀ ਪਤੂ ਦੇਸੋ, ਕਿਤੇ ਰਹਿ ਦਿੱਲੀਏ ਮਦ ਤੜਾਏ। ਹੁਣ ਜਿਹੜੇ ਮੁਗਲ ਸਨ ਦਿੱਲੀ ਦੇ ਬਾਦਸ਼ਾਹ, ਉਹ ਤਾਂ ਵਿਚਾਰੇ ਦਿੱਲੀ 'ਚ ਹੀ ਦੜ ਕੇ ਰਹਿ ਗਏ। ਉਹ ਤਾਂ ਦਿੱਲੀ 'ਚੋਂ ਬਾਹਰ ਨਿਕਲਣ ਜੋਗੇ ਹੀ ਨਹੀਂ ਸਨ। ਉਸ ਵੇਲੇ ਦਿੱਲੀ ਦੇ ਵਿੱਚ ਜਿਹੜਾ ਮੁਗਲ ਬਾਦਸ਼ਾਹ ਸੀ, ਉਹਦੀ ਇੰਨੀ ਜੁਰਤ ਨਹੀਂ ਸੀ ਵੀ ਉਹ ਦਿੱਲੀ ਤੋਂ ਬਾਹਰ ਸੈਰ ਕਰਨ ਵੀ ਨਿਕਲ ਜਾਵੇ। ਆਲੇ ਦੁਆਲੇ ਪਠਾਣਾਂ ਦਾ, ਮਰਾਠਿਆਂ ਦਾ, ਜਾਟਾਂ ਦਾ, ਹੋਰ ਕਈ ਕੌਮਾਂ ਦਾ ਜ਼ੋਰ ਪੈ ਰਿਹਾ ਸੀ। ਪਠਾਨ ਕੰਧਾਰੀ ਹੋਵੈ ਰਹਿਓ, ਦਿੱਲੀ ਗਿਰਦ ਪਦਸ਼ਾਹੇ। ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਦੇ ਬੰਦੇ, ਨਜੀਬ ਖਾਨ ਰੁਹੇਲੇ ਵਰਗੇ, ਉਹ ਪਹਿਲਾਂ ਵਜ਼ੀਰ ਸੀਗਾ ਪਠਾਨ, ਨਜੀਬ ਖਾਨ ਰੁਹੇਲਾ।
ਬਾਅਦ ਵਿੱਚ ਅਬਦਾਲੀ ਦੀ ਮਦਦ ਨਾਲ ਉਹ ਇੱਥੋਂ ਦਾ ਮਾਲਕ ਬਣਿਆ ਬੈਠਾ ਸੀ। ਆਲਾ ਦੁਆਲਾ ਪੂਰਾ ਨਜੀਬਗੜ੍ਹ ਤੇ ਇਸੇ ਤਰ੍ਹਾਂ ਮੇਰਠ ਦਾ ਇਲਾਕਾ ਤੇ ਸਹਾਰਨਪੁਰ ਦਾ ਇਲਾਕਾ, ਨਨੌਤੇ ਦਾ ਇਲਾਕਾ, ਇਹ ਸਾਰਾ ਇਲਾਕਾ ਜਿਹੜਾ ਸੀਗਾ ਨਜੀਬ ਖਾਂ ਰੋਹੇਲਾ ਮੱਲੀ ਬੈਠਾ ਸੀ। ਦਿੱਲੀ ਮੈਂ ਜਬ ਯੋਂ ਸੁਣਿਓ ਗਇਓ ਬੁਲੰਦ ਖਾਂ ਭਾਜ। ਦਿੱਲੀ ਵਿੱਚ ਪਠਾਣਾਂ ਨੂੰ ਖਬਰ ਮਿਲੀ ਕਿ ਬੁਲੰਦ ਖਾਂ ਜਲੰਧਰ ਤੋਂ ਭੱਜ ਗਿਆ, ਸਿੱਖਾਂ ਨੇ ਭਜਾ ਦਿੱਤਾ। ਲੈ ਮਰਾਠੇ ਸੰਗ ਉਨ ਉਠਿਓ ਗਾਇਦੀ ਸਗਾਜ। ਤਾਂ ਉੱਥੇ ਇੱਕ ਗਾਜਦੀਨ ਸੀਗਾ। ਗਾਜਦੀਨ ਉਹ ਨਜੀਬ ਖਾਂ ਦਾ ਵਿਰੋਧੀ ਸੀਗਾ। ਗਾਜਦੀਨ ਮੁਗਲ ਸੀ ਤੇ ਨਜੀਬ ਖਾਂ ਜਿਹੜਾ ਰੋਹੇਲਾ ਉਹ ਪਠਾਨ ਸੀ। ਪਠਾਣਾਂ ਦਾ ਜਲੰਧਰ ਤੋਂ ਕਬਜ਼ਾ ਉੱਠ ਗਿਆ। ਇਸ ਗੱਲ ਦੀ ਗਾਜਦੀਨ ਨੂੰ ਖੁਸ਼ੀ ਹੋਈ। ਗਾਜਦੀਨ ਨੇ ਸੋਚਿਆ ਵੀ ਇਹ ਮੇਰੇ ਵਿਰੋਧੀਆਂ ਦਾ ਇੱਕ ਕਿਲਾ ਤਾਂ ਛੁੱਟਿਆ, ਭਾਵੇਂ ਸਿੱਖਾਂ ਨੇ ਹੀ ਛੁਡਾਇਆ। ਗਾਜਦੀਨ ਨੇ ਆਖਿਆ ਵੀ ਇੱਥੋਂ ਵੀ ਦਿੱਲੀੋਂ ਵੀ ਪਠਾਣਾਂ ਨੂੰ ਭਜਾ ਦਈਏ। ਉਹਨੇ ਮਰਹਟਿਆਂ ਦੀ ਫੌਜ ਨੂੰ ਆਪਣੇ ਨਾਲ ਲਾਇਆ ਹੋਇਆ ਸੀ। ਕਾਫੀ ਸਾਲ ਦੀ ਗਾਜਦੀਨ ਦੀ ਹੁਲਕਰ ਰਾਓ ਦੇ ਨਾਲ ਦੋਸਤੀ ਸੀ। ਉਹਨੇ ਹੁਲਕਰ ਰਾਓ ਮਰਹਟੇ ਨੂੰ ਫਿਰ ਸੱਦ ਲਿਆ। ਚੌਪਈ ਲੱਖ ਟਕਾ ਤਿਸ 600 ਰਲਾਇਆ। ਲੱਖ ਟਕਾ ਉਹਨੂੰ ਦੇਣਾ ਕਰਕੇ ਗਾਜਦੀਨ ਨੇ ਮਰਹਟਿਆਂ ਨੂੰ ਸੱਦਿਆ। ਤੋ ਮਰਾਠੇ ਅੱਗੇ ਚਲਾਇਆ। ਮਰਹਟਿਆਂ ਦੀ ਫੌਜ ਨੂੰ ਅੱਗੇ ਕਰਕੇ ਸਰਹੰਦ ਸਮੁੰਦ ਖਾਂ ਆਕੀ ਪਇਓ। ਉਹ ਸਰਹੰਦ ਵੱਲ ਨੂੰ ਆ ਗਏ ਤੇ ਸਮੁੰਦ ਖਾਂ ਜਿਹੜਾ ਸੀ ਉੱਥੋਂ ਨਿਕਲ ਕੇ ਇੱਥੇ ਜਿਹੜਾ ਵਾਹਿਗੁਰੂ ਸਰਹੰਦ ਦਾ ਸੂਬਾ ਸੀ ਸਮੁੰਦ ਖਾਨ, ਉਹ ਮਰਹਟਿਆਂ ਦੇ ਨਾਲ ਲੜਨ ਨੂੰ ਤਿਆਰ ਹੋ ਪਿਆ। ਮਰਹਟਨ ਭੇੜ ਆਇਆਨ ਸੋ ਕਹਿਓ। ਮਰਹਟਿਆਂ ਨੇ ਸਰਹੰਦ ਤੇ ਹਮਲਾ ਕਰ ਦਿੱਤਾ ਤੇ ਬੜੀ ਲੜਾਈ ਸਮੁੰਦ ਖਾਂ ਦੇ ਨਾਲ ਕੀਤੀ। ਸੋਨ ਸ਼ਹਿਰ ਵੜਨ ਨਾ ਦੇ। ਪਰ ਮਰਹਟਿਆਂ ਨੂੰ ਸਮੁੰਦ ਖਾਂ ਨੇ ਸ਼ਹਿਰ 'ਚ ਨਹੀਂ ਵੜਨ ਦਿੱਤਾ। ਬੜਾ ਡਟ ਕੇ ਮੁਕਾਬਲਾ ਕੀਤਾ। ਬਹੁਤ ਦਿਨ ਲੜੇ ਸੋ ਫਿੱਕੇ ਪੈ। ਬੜੇ ਦਿਨ ਮਰਹਟੇ ਲੜਦੇ ਰਹੇ ਪਰ ਮਰਹਟੇ ਫਿੱਕੇ ਪੈ ਗਏ। ਭਾਵ ਮਰਹਟਿਆਂ ਦਾ ਜ਼ੋਰ ਨਹੀਂ ਚੱਲਿਆ। ਦੀਨ ਬੇਗਿਓ ਵਜ਼ੀਰੈ ਕਹਿਓ। ਔਰ ਦੀਨ ਬੇਗ ਸੀ ਜਿਹੜਾ, ਉਹਨੇ ਵਜ਼ੀਰ ਨੂੰ ਕਿਹਾ ਬਿਨਾ ਸਿੰਘਨ ਮਰਤੋ ਨੈ ਐਹੋ। ਉਹਨੇ ਆਖਿਆ ਸਿੰਘਾਂ ਤੋਂ ਬਿਨਾ ਸਮੁੰਦ ਖਾਂ ਨਹੀਂ ਮਰ ਸਕਦਾ। ਵਜ਼ੀਰ ਕਹੀ ਦੇ ਟਕੇ ਲੈ ਆਓ। ਤੇ ਵਜ਼ੀਰ ਗਾਜਦੀਨ ਕਹਿਣ ਲੱਗਾ ਫਿਰ ਸਿੱਖਾਂ ਨੂੰ ਪੈਸਾ ਦਿਓ ਤੇ ਉਹਨਾਂ ਨੂੰ ਲੈ ਆਓ, ਤੇ ਜੇ ਉਹ ਸਰਹੰਦ ਫਤਿਹ ਕਰਦੇ ਨੇ ਤੇ ਆਪਾਂ ਉਹਨਾਂ ਤੋਂ ਫਤਿਹ ਕਰਵਾ ਲਈਏ। ਸਿੰਘਨ ਸੇਤੀ ਬਾਤ ਬਣਾਓ। ਸਿੰਘਾਂ ਤੋਂ ਕੰਮ ਬਣਦਾ ਹੋਵੇ ਸਰਹੰਦ ਸ਼ਹਿਰ ਦਾ ਤਾਂ ਕਰਵਾ ਲਓ ਮੋਰਚਾ ਫਤਿਹ। ਦੀਨਾ ਬੇਗ ਸਦੀ ਕੋ ਪਿਜਾਇਓ। ਦੀਨਾ ਬੇਗ ਕੋਲ ਸਦੀਕੇ ਨੂੰ ਭੇਜਿਆ ਗਾਜਦੀਨ ਨੇ। ਸੋ ਸਿੰਘਨ ਕੋ ਲੈ ਕੇ ਆਇਓ। ਉਹ ਸਿੰਘਾਂ ਨੂੰ ਲੈ ਕੇ ਆ ਗਿਆ, ਕਿਉਂਕਿ ਦੀਨਾ ਬੇਗ ਵੀ ਮੁਗਲ ਸੀ ਤੇ ਗਾਜਦੀਨ ਵੀ ਮੁਗਲ ਸੀ। ਹੁਣ ਮੁਗਲਾਂ ਨੇ ਸਿੱਖਾਂ ਦੀ ਓਟ ਲਈ ਪਠਾਣਾਂ ਦੇ ਨਾਲ ਲੜਨ ਵਾਸਤੇ। ਸਿੰਘਨ ਕਹਿਓ ਹਮ ਟਕੇ ਨਾ ਲੈਵੈਂ। ਸਿੰਘ ਕਹਿਣ ਲੱਗੇ ਅਸੀਂ ਤੁਹਾਡੇ ਤੋਂ ਬੱਝਵੇਂ ਪੈਸੇ ਨਹੀਂ ਲੈਣੇ, ਯਾਨੀ ਸਰਹੰਦ ਫਤਿਹ ਕਰਨ ਦੇ ਅਸੀਂ 1,00,000 2 ਲੱਖ ਰੁਪਈਆ ਜਿਹੜਾ ਤੁਸੀਂ ਕਹਿੰਦੇ ਹੋ ਵੀ ਲੈ ਲਓ, ਉਹ ਨਹੀਂ ਲੈਣਾ। ਹਾਂਜੀ, ਗਿਲਜਨ ਕੋ ਹਮ ਮਾਰ ਗਿਰੇਵੇਂ। ਸਮੁੰਦ ਖਾਂ ਨੂੰ ਅਸੀਂ ਮਾਰ ਦਿਆਂਗੇ, ਪਰ ਉਸ ਤੋਂ ਬਾਅਦ ਸਾਡੀ ਵੀ ਕੋਈ ਸ਼ਰਤ ਹੈ, ਅਸੀਂ ਸਰਹੰਦ ਸ਼ਹਿਰ ਉਜਾੜਾਂਗੇ। ਕਿਉਂਕਿ ਗੁਰੂ ਗੋਬਿੰਦ ਸਿੰਘ ਦਾ ਵਚਨ ਸੀ ਕਿ ਸਾਹਿਬਜ਼ਾਦਿਆਂ ਦਾ ਬਦਲਾ ਪੰਥ ਲਵੇਗਾ, ਸਰਹੰਦ ਸ਼ਹਿਰ ਦੀ ਇੱਟ ਨਾਲ ਇੱਟ ਖੜਕਾ ਦੇਵੇਗਾ। ਬਾਬੇ ਬੰਦੇ ਬਹਾਦਰ ਨੇ 1710 ਵਿੱਚ ਕਾਫੀ ਕੰਮ ਕੀਤਾ, ਪਰ ਜਦੋਂ ਬਾਬੇ ਬੰਦੇ ਬਹਾਦਰ ਦੇ ਮਨ 'ਚ ਆ ਗਿਆ ਨਾ ਵੀ ਸ਼ਹਿਰ ਨਾ ਉਜਾੜੀਏ, ਥੋੜਾ ਜਿਹਾ ਰੱਖ ਲਿਆ। ਥੋੜਾ ਜਿਹਾ ਸ਼ਹਿਰ ਬਾਬੇ ਬੰਦੇ ਬਹਾਦਰ ਦੇ ਸਮੇਂ ਬਚ ਗਿਆ ਸੀਗਾ। ਪਰ ਸਿੰਘਾਂ ਨੂੰ ਇੱਕ ਰੜਕ ਸੀਗੀ ਵੀ ਅਸੀਂ ਇੱਕ ਦਿਨ ਆਵੇਗਾ ਜਦੋਂ ਸਰਹੰਦ ਦਾ ਨਾਮੋ ਨਿਸ਼ਾਨ ਦੁਨੀਆ ਤੋਂ ਖਤਮ ਕਰ ਦਿਆਂਗੇ। ਤੇ ਉਹ ਸਿੰਘ ਕਹਿੰਦੇ ਆ ਵੀ ਅਸੀਂ ਸਰਹੰਦ ਨੂੰ ਲੁੱਟਣ ਦੇ ਪੈਸੇ ਨਹੀਂ ਲਵਾਂਗੇ, ਜੋ ਲੁੱਟਮਾਰ ਹੋਈ ਉਹ ਹੀ ਸਾਡਾ ਬੜਾ। ਉਹਨਾਂ ਨੂੰ ਇਹ ਪਤਾ ਸੀ ਵੀ ਸਰਹੰਦ ਵਿੱਚ ਕਈ ਕਰੋੜਾਂ ਦੀ ਲੁੱਟ ਹੋਣੀ ਹੈ, 1,00,000 2 ਲੱਖ ਨਾਲ ਕੀ ਬਣਦਾ ਹੈ। ਇਸ ਕਰਕੇ ਸਿੰਘ ਕਹਿੰਦੇ ਆ ਵੀ ਅਸੀਂ ਪੈਸੇ ਨਹੀਂ ਲਵਾਂਗੇ, ਸ਼ਹਿਰ ਲੁੱਟਾਂਗੇ। ਜੋ ਸਿੰਘਨ ਸੋ ਸਹਿ ਲੁਟਾਵੋ। ਜੇ ਤੁਸੀਂ ਸਾਨੂੰ ਲੁੱਟ ਮਾਫ ਕਰ ਦਿਓ ਸ਼ਹਿਰ ਦੀ, ਤੋ ਸਿੰਘਨ ਕੋ ਤੁਰਤ ਕਢਾਵੋ। ਤਾਂ ਅਸੀਂ ਸਿੰਘਾਂ ਦੀ ਫੌਜ ਲੈ ਕੇ ਆ ਜਾਂਦੇ ਆ, ਜਥੇਦਾਰਾਂ ਨੇ ਆਖਿਆ। ਦੋਹਰਾ ਸ਼ੇਰ ਤਬੈ ਤੁਰਤ ਮਾਰੀਏ, ਜੋ ਦੈ ਬੇਲੇ ਕਿਉ ਫੂਕ। ਕਹਿੰਦੇ ਜੇ ਸ਼ੇਰ ਮਾਰਨਾ ਹੋਵੇ ਤੇ ਜੰਗਲ ਨੂੰ ਅੱਗ ਲਾ ਦਿਓ, ਫਿਰ ਸ਼ੇਰ ਆਪੇ ਹੀ ਮਰ ਜਾਂਦਾ।
ਕਹਿਣ ਦਾ ਮਤਲਬ ਸਿੰਘਾਂ ਦਾ ਸੀ ਵੀ ਅਸੀਂ ਸਰਹੰਦ ਨੂੰ ਉਜਾੜਾਂਗੇ ਤੇ ਮੁੜ ਕੇ ਸਮੁੰਦ ਖਾਂ ਕੀ ਤੇ ਦੂਜਾ ਕਿਹੜਾ ਇੱਥੇ ਰਹਿਣ ਹੀ ਨਹੀਂ ਦੇਣਾ ਗੁਰੂ ਕੇ ਸ਼ਹੀਦਾਂ ਦੀ ਧਰਤੀ ਤੇ। ਹਾਂਜੀ। ਕਿਲਾ ਟੁੱਟਤ ਹੈ ਤਬ ਚਬੈ, ਜਬ ਸ਼ਹਿਰ ਪਰਤ ਹੈ ਲੂਕ। ਜਦੋਂ ਸ਼ਹਿਰ 'ਚ ਲੁੱਟ ਪੈਂਦੀ ਉਦੋਂ ਕਿਲੇ ਵੀ ਖਤਮ ਹੋ ਜਾਂਦੇ ਆ। ਇਹ ਸਿੰਘਾਂ ਨੇ ਗੁਰਮਤਾ ਕੀਤਾ। ਹੁਣ ਸਰਹੰਦ ਨੂੰ ਫਤਿਹ ਕਰਨ ਲਈ ਫੇਰ ਖਾਲਸੇ ਦਾ ਦਲ ਚੜ੍ਹਿਆ। ਇਹ 2-3 ਵਾਰੀ ਸਾਧ ਸੰਗਤ ਜੀ ਲੜਾਈਆਂ ਸਰਹੰਦ 'ਚ ਹੋਈਆਂ। ਇੱਕ ਵਾਰੀ ਬੰਦੇ ਬਹਾਦਰ ਦੇ ਟਾਈਮ ਤੇ, ਇੱਕ ਵਾਰੀ ਆਹ ਜਿਹੜੀ ਲੜਾਈ ਹੈ। ਇਸ ਤੋਂ ਬਾਅਦ ਜੈਨ ਖਾਂ ਨੂੰ ਮਾਰ ਕੇ ਸਿੱਖਾਂ ਨੇ ਬਿਲਕੁਲ ਹੀ ਸਾਫ਼ ਕਰ ਦੇਣਾ ਸਰਹੰਦ ਨੂੰ। ਉਸ ਤੋਂ ਬਾਅਦ ਫਿਰ ਤੁਰਕਾਂ ਦਾ ਸਰਹੰਦ ਵਿੱਚ ਕਬਜ਼ਾ ਨਹੀਂ ਹੋਣਾ ਪਾਇਆ। ਸੋ ਇਹ ਅੱਗੇ ਚੱਲ ਕੇ ਕਥਾ ਆਪਾਂ ਸੁਣਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਨਾ ਸਕੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹਿ ਮਇਆ ਧਾਰ, ਅੰਧ ਖੂਬ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਪਰ ਹਰ ਮਨ ਬਸਤ